असंख नाम असंख थाम, अगम अगम असंख लो। असंख कहें सिर भार होए, अखरी नाम अखरी साला। अखरी ज्ञान गीत गुण गा, अखरी लिखण बोलण बाण। अखरा सिर संजोग वखाण, जिन ए लिखे तिस सिर नाहे। जिम फरमाए तिम तिम पाहे, जेता कीता तेता नाओ। विण नावै नाही को थाओ, कुदरत कवण कहाँ विचार। वारिया ना जावा एक बार, जो तुद भावै साई भली कार। तू सदा सलामत निरंकार। वाहिगुरू जी का खालसा, वाहिगुरू जी की फतेह। गुरु प्यारी साध संगत जी, जप बाणी की चल रही लड़ीवार विचार विच आपां 18 नंबर पौड़ी तक विचार सरवण कर चुके हैं। अज आपां 19 नंबर पौड़ी का पाठ सरवण किया है। जिमें कि आपां ये जड़ियाँ चल रही पौड़ियाँ ने 16 नंबर तो लैके 16, 17, 18, 19 ये चारे जड़ियाँ पौड़ियाँ ने, ਜਿਹੜੇ ਲੜੀਵਾਰ ਸਰੋਤੇ ਇਹਨਾਂ ਵਿਚਾਰਾਂ ਨੂੰ ਸਰਵਣ ਕਰ ਰਹੇ ਨੇ ਉਹ ਇਸ ਲੜੀ ਨੂੰ ਵੇਖ ਸਕਦੇ ਨੇ ਜੋੜ ਕੇ ਵੀ ਕਿੱਦਾਂ ਗੁਰਦੇਵ ਜੀ ਨੇ ਇੱਕ ਪੌੜੀ ਤੋਂ ਬਾਅਦ ਦੂਜੀ ਪੌੜੀ ਤੋਂ ਬਾਅਦ ਤੀਜੀ ਪੌੜੀ ਵਿੱਚ ਕਿਵੇਂ ਗੁਰਦੇਵ ਜੀ ਨੇ ਇੱਕੇ ਪ੍ਰਕਰਨ ਨੂੰ, ਇੱਕੇ ਵਿਸ਼ੇ ਨੂੰ ਅੱਗੇ ਤੋਰਿਆ ਹੈ ਅਤੇ ਕਿਵੇਂ ਸਾਨੂੰ ਇਹ ਗਿਆਨ ਬੋਧ ਬਖਸ਼ਿਸ਼ ਕੀਤਾ ਹੈ, ਕਿਵੇਂ ਅਸੀਂ ਆਪਣੀ ਜ਼ਿੰਦਗੀ ਨੂੰ ਗੁਣਾਂ ਦੇ ਨਾਲ ਭਰਪੂਰ ਕਰਨਾ ਹੈ। ਤੋ ਪਾਤਸ਼ਾਹ ਜੀ ਨੇ ਜਿਵੇਂ ਆਪਾਂ ਪਹਿਲੀਆਂ ਪੌੜੀਆਂ 'ਚ ਸਰਵਣ ਕਰ ਚੁੱਕੇ ਹਾਂ ਕਿ ਗੁਰਦੇਵ ਜੀ ਨੇ ਉਸ ਮਾਲਕ ਦੀ ਜਿਹੜੀ ਬੇਅੰਤਤਾਈ ਹੈ, ਉਹਦੀ ਜਿਹੜੀ ਕੁਦਰਤ ਰਚੀ ਹੋਈ ਹੈ, ਉਹਦੇ ਬਾਰੇ ਜਦੋਂ ਇਹ ਸ਼ਬਦ ਵਰਤੇ ਵੀ ਕੁਦਰਤ ਕਵਣ ਮੇਰੀ ਕੀ ਪਾਇਆ ਹੈ, ਮੇਰੀ ਕੀ ਕੁਦਰਤ ਹੈ, ਕਿਉਂਕਿ ਕੁਦਰਤ ਦਾ ਅਰਥ ਹੈ ਤਾਕਤ, ਸ਼ਕਤੀ। ਵੀ ਮੇਰੀ ਕੀ ਪਾਇਆ ਹੈ ਕਿ ਮੈਂ ਉਹਦੀ ਬੇਅੰਤ ਕੁਦਰਤ ਨੂੰ ਲਫ਼ਜ਼ਾਂ ਦੁਆਰਾ ਬਿਆਨ ਕਰ ਸਕਾਂ। ਵੀ ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ। ਮੈਂ ਤਾਂ ਇੱਕ ਵਾਰ ਕੁਰਬਾਨ ਹੋਣ ਜੋਗਾ ਵੀ ਨਹੀਂ। ਮੈਂ ਤਾਂ ਇਹ ਸ਼ਬਦ ਬੋਲਾਂ ਵੀ ਮਹਾਰਾਜ ਜੇ ਮੈਂ ਤੁਹਾਡੇ ਤੋਂ ਕੁਰਬਾਨ ਜਾਣਾ तो ये शब्द भी वो तो ये शब्द द्वारा भी मैं ये कह सकदा भी मैं वो तो कुर्बान नहीं जा सकता। शब्द भी नहीं बोलना मेरे वास्ते, ये मैं कह सकदा मेरे वास्ते बहुत छोटी चीज़ है। भी मालक तो एडा वड्डा बेअंत है, मैं तो लफ्ज़ां द्वारा भी वो तो एक बार कुर्बान नहीं हो सकता। भी कुदरत कवण कहाँ विचार, कहते वारिया ना जावां एक बार। भी ਉਹਦਾ अंत पाउणा, ਉਹਦਾ ਥਾਹ ਪਾਉਣਾ, ਉਦੋਂ ਉਹਦਾ ਐਂਡ ਲੱਭਣਾ, ਇਹ ਤਾਂ ਬਹੁਤ ਵੱਡੀ ਗੱਲ ਹੈ। ਕਹਿਣ ਲੱਗੇ ਇਹ ਮੈਂ ਕਹਾਂ ਵੀ ਮਹਾਰਾਜ ਮੈਂ ਤੁਹਾਡੇ ਤੋਂ ਕੁਰਬਾਨ ਜਾਣਾ। ਕਹਿੰਦੇ ਵੀ ਮੇਰੇ ਕੋਲ ਤਾਂ ਕੁਰਬਾਨ ਵੀ ਨਹੀਂ ਜਾਇਆ ਜਾ ਰਿਹਾ, ਵੀ ਐਡਾ ਉਹ ਮਾਲਕ ਦਾ ਪਸਾਰਾ ਵੱਡਾ ਹੈ। ਤੋ ਇਹ ਗੱਲ ਪਿੱਛੇ ਆਪਾਂ ਵਿਚਾਰ ਆਏ ਹਾਂ ਵੀ ਜਿੱਥੇ ਅਸੰਖ ਜਪੀ ਨੇ, ਅਸੰਖ ਤਪੀ ਨੇ ਅਤੇ ਉੱਥੇ ਨਾਲ ਨਾਲ ਅਸੰਖ ਚੋਰ ਵੀ ਹੈਗੇ ਆ। ਭਾਵ ਗੁਰਦੇਵ ਜੀ ਦੱਸ ਰਹੇ ਨੇ ਵੀ ਐਡਾ ਵੱਡਾ ਪਸਾਰਾ ਮਾਲਕ ਜੀ ਬਹੁਤ ਕੁਝ ਹੈ ਸੰਸਾਰ 'ਤੇ। ਅਤੇ ਅੱਗੇ ਗੁਰਦੇਵ ਜੀ ਹੁਣ ਜਿਹੜੀ ਪੌੜੀ ਆਪਾਂ ਹੁਣ 19 ਨੰਬਰ ਪੜ੍ਹੀ ਹੈ, ਇਹਦੇ ਵਿੱਚ ਗੁਰਦੇਵ ਜੀ ਬਹੁਤ ਪਿਆਰੇ ਸ਼ਬਦਾਂ ਨਾਲ ਸਮਝਾ ਰਹੇ ਨੇ ਵੀ ਕੁਦਰਤ ਕਵਣ ਮੇਰੀ ਕੀ ਪਾਇਆ ਹੈ, ਮੇਰੀ ਕੀ ਸਮਰੱਥਾ ਹੈ ਕਿ ਮਾਲਕ ਜੀ ਤੁਹਾਡੀ ਬੇਅੰਤ ਕੁਦਰਤ ਨੂੰ ਲਫ਼ਜ਼ਾਂ ਦੁਆਰਾ ਬਿਆਨ ਕਰ ਸਕਾਂ। ਕੁਦਰਤ ਕਵਣ ਕਹਾਂ ਵਿਚਾਰ, ਅਤੇ ਪਾਤਸ਼ਾਹ ਕਹਿੰਦੇ ਨੇ ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਜੋ ਤੁਹਾਨੂੰ ਭਾਉਂਦਾ ਹੈ ਸਾਈ ਭਲੀ ਕਰ। ਵੈਸੇ ਤਾਂ ਬਾਣੀ 'ਚ ਬਾਰ-ਬਾਰ ਇਹੋ ਹੀ ਆਖਿਆ कि असी उस मालक की रजा में तुरना शुरू कर दईए। वैसे इंसान की दूरी का कारण भी इहो आ भी तुम करो भला हम भलो ना जाने। उस साडा भला चाहुंदे आ, असीं उहनूं भला करके जाणदे नहीं। जिवें घर च माँ बाप नहीं हुंदे, कई वारी माँ बाप अपने बच्चे नूं किसी गलती तो रोकदे आ, पर बच्चे नूं उस वक्त इंज लगदा भी मेरे सब तो वड्डे दुश्मन मेरे माँ बाप ने, मेरे दादा जी मेरे दुश्मन ने, मेरी दादी दुश्मन है, मेरी माँ दुश्मन है, मेरा बाप दुश्मन है। कई वारी वो गुस्से च कह भी दिंदा है भी जिहड़ा टोके उहनूं लगदा ये माड़ा है, जिहड़ा नहीं टोकदा वो चंगा है। पर उहनूं ये नहीं पता भी टोकण वाला तेरे फायदे च है। ਹੁਣ ਸਕੂਲ ਵਿੱਚ ਟੀਚਰ ਆਉਂਦੇ ਆ, ਕਈ ਟੀਚਰ ਹੁੰਦੇ ਨੇ ਵਿਦਿਆਰਥੀ ਨੂੰ ਟੋਕਦੇ ਨੇ, ਅਤੇ ਕਈ ਵਾਰੀ ਸਟੂਡੈਂਟ ਨੂੰ ਇਹ ਲੱਗਦਾ ਵੀ ਇਹ ਟੀਚਰ ਮਾੜਾ ਹੈ। ਜਿਹੜਾ ਸਟੂਡੈਂਟ ਨੂੰ ਟੋਕਦਾ ਨਹੀਂ, ਸਾਨੂੰ ਲੱਗਦਾ ਵੀ ਇਹ ਟੀਚਰ ਬਹੁਤ ਚੰਗਾ ਹੈ, ਪਰ ਜਿਹੜਾ ਟੋਕਦਾ ਹੈ ਨਾ ਉਹ ਸਾਡਾ ਦੁਸ਼ਮਣ ਨਹੀਂ ਹੈ, ਉਹ ਸਾਨੂੰ ਖੂਬਸੂਰਤ ਬਣਾਉਣਾ ਚਾਹੁੰਦਾ ਹੈ। ਜਿਵੇਂ ਬਾਣੀ 'ਚ ਲਿਖਿਆ ਜੇ ਗੁਰ ਝਿੜਕੈ ਤਾਂ ਮਿੱਠਾ ਲੱਗੈ। ਜਦੋਂ ਗੁਰੂ ਝਿੜਕ ਮਾਰਦਾ ਹੈ ਨਾ, ਜਿੱਦਣ ਕਿਤੇ ਸਾਨੂੰ ਸਮਝ ਆ ਗਈ ਵੀ ਇਸ ਝਿੜਕ ਵਿੱਚ ਸਾਡੀ ਜ਼ਿੰਦਗੀ ਨੂੰ ਸਵਾਰਨਾ ਛੁਪਿਆ ਹੋਇਆ ਹੈ। ਜਿਵੇਂ ਪਾਤਸ਼ਾਹ ਨੇ ਬਾਣੀ ਨਾ ਗੁਰ ਮਿਲ ਚੱਜ ਅਚਾਰ ਸਿੱਖ
ਤੁਧ ਕਦੇ ਨਾ ਲੱਗਿਆ ਦੁੱਖ। ਜਿਵੇਂ ਧੀ ਨੂੰ ਜਦੋਂ ਮਾਂ ਪੇਕੇ ਘਰ ਇੱਦਾਂ ਸਮਝਾਉਂਦੀ ਹੈ ਨਾ ਵੀ ਇੱਦਾਂ ਆਟਾ ਗੁੰਨੀ ਦੇ, ਪਰਾਤ ਨਾਲ ਆਟਾ ਨਹੀਂ ਲੱਗਣਾ ਚਾਹੀਦਾ ਜਦੋਂ ਤੂੰ ਗੁੰਨੇ, ਵੀ ਜਦੋਂ ਤੂੰ ਐ ਗੁੰਨੇ ਐ ਪਰਾਤ ਮਗਰੋਂ ਬਿਲਕੁਲ ਸਾਫ਼ ਹੋਵੇ, ਲਾਗੇ ਆਟਾ ਡੁੱਲੇ ਨਾ, ਸਬਜ਼ੀ ਕਿੱਦਾਂ ਬਣਾਉਣੀ ਹੈ। ਉਦੋਂ ਕਈ ਵਾਰੀ ਧੀ ਨੂੰ ਗੁੱਸਾ ਲੱਗਦਾ, ਮੈਨੂੰ ਮਾਂ ਮੇਰੀ ਕਿਉਂ ਟੋਕਦੀ ਹੈ। ਪਰ ਮਾਂ ਨੂੰ ਪਤਾ ਹੈ ਵੀ ਪੁੱਤ ਇੱਥੇ ਤੇ ਮੈਂ ਤੈਨੂੰ ਟੋਕਦੀ ਹਾਂ ਨਾ, ਜੇ ਤੂੰ ਇਹ ਗੁਣ ਪੱਲੇ ਲੈ ਗਈ ਤੇ ਦਰਾਣੀਆਂ ਜਠਾਣੀਆਂ 'ਚ ਐ ਸਿਰ ਉੱਚਾ ਚੁੱਕ ਕੇ ਜ਼ਿੰਦਗੀ ਜੂਏਗੀ, ਕਹਿਣਗੇ ਇਹ ਕਿਸੇ ਮਾਂ ਦੀ ਚੰਡੀ ਹੋਈ ਹੈ, ਇਹਨੇ ਕੁਝ ਗੁਣ ਸਿੱਖੇ ਹੋਏ ਨੇ। ਤੋ ਇਹ ਗੱਲਾਂ ਨੇ ਬੜੀਆਂ ਪਿਆਰੀਆਂ, ਇਹ ਸੰਸਾਰੀਆਂ ਉਦਾਹਰਨਾਂ ਲੈ ਕੇ ਆਪਾਂ ਜ਼ਿੰਦਗੀ ਨੂੰ ਜੂਣ ਦਾ ਤਰੀਕਾ ਸਮਝਣਾ। ਇੱਦਾਂ ਪਾਤਸ਼ਾਹ ਕਹਿੰਦੇ ਜੋ ਤੁਧ ਭਾਵੈ, ਜੋ ਤੁਹਾਨੂੰ ਭਾਉਂਦਾ ਹੈ ਸਾਈ ਭਲੀ ਕਰ ਮਾਲਕ ਜੀ। ਮੇਰੀ ਇਹੋ ਬੇਨਤੀ ਹੈ ਵੀ ਉਹ ਕੰਮ ਮੈਨੂੰ ਵੀ ਚੰਗਾ ਲੱਗ ਸਕੇ ਤੇ ਮੈਂ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾ ਸਕਾਂ। ਤੂੰ ਸਦਾ ਸਲਾਮਤ ਨਿਰੰਕਾਰ, ਤੁਸੀਂ ਸਦੀਵ ਰਹਿਣ ਵਾਲੇ ਹੋ। ਤੇ ਜੇ ਤੁਸੀਂ ਸਦੀਵ ਰਹਿਣ ਵਾਲੇ ਹੋ ਤੇ ਜਦੋਂ ਮੈਂ ਤੁਹਾਡੀ ਰਜਾ ਵਿੱਚ ਤੁਰਾਂਗਾ ਤੇ ਕੁਦਰਤੀ ਗੱਲ ਹੈ ਸਰੀਰ ਮੇਰਾ ਵੀ ਨਹੀਂ ਰਹਿਣਾ, ਪਰ ਮੇਰੇ ਕੰਮਾਂ ਦੁਆਰਾ ਸੰਸਾਰ ਤੇ ਕਰਮਾਂ ਦੁਆਰਾ ਸੰਸਾਰ ਦੇ ਵਿੱਚ ਸਦਾ ਮੇਰਾ ਨਾਂ ਰਹੇਗਾ। ਭਾਵ ਮੈਂ ਕੰਮਾਂ ਦੁਆਰਾ ਸਦਾ ਸੰਸਾਰ ਦੇ ਵਿੱਚ ਰਵਾਂਗਾ। ਤੇ ਅੱਜ ਜਿਨ੍ਹਾਂ ਦੇ ਵੀ ਅਸੀਂ ਨਾਂ ਲੈਂਦੇ ਹਾਂ, ਸਰੀਰ ਭਾਵੇਂ ਉਹਨਾਂ ਦੇ ਸਾਡੇ ਵਿੱਚ ਨਹੀਂ, ਪਰ ਉਹਨਾਂ ਦੇ ਕਰਮ ਬੋਲਦੇ ਨੇ, ਭਾਵੇਂ ਕਿਸੇ ਦੀਆਂ ਲਿਖਤਾਂ ਦੁਆਰਾ ਨੇ, ਭਾਵੇਂ ਕਿਸੇ ਨੇ ਕੁਝ ਸ਼ਬਦ ਬੋਲੇ ਨੇ, ਭਾਵੇਂ ਕੋਈ ਸੰਸਾਰ ਤੇ ਕਿਸੇ ਨੇ ਕੋਈ ਫਿਜ਼ੀਕਲ ਤੌਰ ਤੇ ਸਰੀਰਕ ਕੰਮ ਕੀਤੇ ਨੇ, ਲੋਕ ਯਾਦ ਕਰਦੇ ਕੋਈ ਬੰਦਾ ਸੀ ਉਹਨੇ ਆਹ ਕੰਮ ਕੀਤੇ। ਤੋ ਖੈਰ ਇੱਥੇ ਪਾਤਸ਼ਾਹ ਜੀ ਉਹਦੀ ਬੇਅੰਤ ਕੁਦਰਤ ਦੀ ਗੱਲ ਕਰਦਿਆਂ ਸਮਝਾ ਰਹੇ ਨੇ ਵੀ ਅਸੰਖ ਨਾਮ, ਹੇ ਮੇਰੇ ਮਾਲਕ ਜੀ ਇਹ ਅਸੰਖ ਹੀ ਜੀਵ ਨੇ ਤੇ ਅਸੰਖ ਹੀ ਉਹਨਾਂ ਦੇ ਨਾਮ ਨੇ। ਵੀ ਨਾਂ ਤੇ ਤੁਸੀਂ ਹੁਣ ਇਹ ਅਸੰਖ ਸ਼ਬਦ ਤਾਂ ਵਰਤਿਆ, ਹੁਣ ਧਿਆਨ ਨਾਲ ਸੁਣਿਓ। ਆਪਾਂ ਕਈ ਵਾਰੀ ਇਹ ਸ਼ਬਦ ਅਕਸਰ ਬੋਲ ਦਿੰਦੇ ਹਾਂ, ਇਹ ਗੱਲਾਂ ਬਾਣੀ ਵਿੱਚ ਇਹ ਆਈਆਂ ਵੀ ਜਦੋਂ ਇੱਥੇ ਸ਼ਬਦ ਵਰਤਾ ਅਸੰਖ ਨਾਮ ਅਸੰਖ ਥਾਂ, ਵੀ ਅਸੰਖ ਹੀ ਜੀਵ ਨੇ ਤੇ ਅਸੰਖ ਹੀ ਉਹਨਾਂ ਦੇ ਅੱਗੇ ਨਾਮ ਨੇ। ਅਸੰਖ ਥਾਂ ਤੇ ਅਸੰਖ ਹੀ ਥਾਂ ਨੇ। ਹੁਣ ਜਦੋਂ ਅਸੰਖ ਸ਼ਬਦ ਵਰਤਤਾ, ਆਪਾਂ ਪਹਿਲਾਂ ਆਪਾਂ ਕਹਿੰਦੇ ਲੱਖ, ਫਿਰ ਕਰੋੜ, ਅਰਬ, ਖਰਬ, ਭਾਵ ਇੱਥੇ ਤੇ ਮੈਥ ਵੀ ਖਤਮ ਹੋ ਗਿਆ। ਆਪਾਂ ਸਿੱਧਾ ਸ਼ਬਦ ਬੋਲ ਦਿੱਤਾ ਵੀ ਭਾਵ ਜਿਹਨੂੰ ਤੁਸੀਂ ਲਫ਼ਜ਼ਾਂ ਦੁਆਰਾ ਬਿਆਨ ਨਹੀਂ ਕਰ ਸਕਦੇ, ਵੀ ਬੇਅੰਤ ਸ਼ਬਦ ਆਪਾਂ ਕਹਿ ਦਈਏ ਵੀ ਬੇਅੰਤ ਸ਼ਬਦ ਵੀ ਛੋਟਾ ਹੈ। ਪਾਤਸ਼ਾਹ ਕਹਿੰਦੇ ਨੇ ਅਸੰਖ ਨਾਮ, ਅਸੰਖ ਕਿਸਮ ਦੇ ਜੀਵ ਨੇ, ਭਾਵ ਅਸੰਖ ਹੀ ਜੀਵ ਨੇ, ਅਸੰਖ ਹੀ ਉਹਨਾਂ ਦੇ ਨਾਮ ਨੇ, ਅਸੰਖ ਥਾਂ ਤੇ ਅਸੰਖ ਹੀ ਥਾਵਾਂ ਨੇ। ਪਾਤਸ਼ਾਹ ਅੱਗੇ ਕਹਿੰਦੇ ਨੇ ਅਸੰਖ ਨਾਮ ਅਸੰਖ ਥਾਮ, ਤੇ ਪਾਤਸ਼ਾਹ ਕਹਿੰਦੇ ਅਗੰਮ ਅਗੰਮ ਅਸੰਖ ਲੋ, ਅਸੰਖ ਹੀ ਲੋ ਨੇ, ਅਸੰਖ ਹੀ ਭਵਨ ਨੇ। ਤੇ ਗੰਮ ਦਾ ਅਰਥ ਹੁੰਦਾ ਹੈ ਪਹੁੰਚ, ਤੇ ਅਗੰਮ ਦਾ ਅਰਥ ਕੀ ਹੈ? ਜਿੱਥੋਂ ਤੱਕ ਜੀਵ ਦੀ ਪਹੁੰਚ ਨਹੀਂ ਹੈ। ਭਾਵੇਂ ਬੜਾ ਕੁਝ ਬੰਦੇ ਨੇ ਖੋਜ ਲਿਆ, ਜਿਹੜੇ ਵਿਗਿਆਨੀ ਨੇ ਬਹੁਤ ਕੁਝ ਲੱਭ ਚੁੱਕੇ ਨੇ, ਬਹੁਤ ਕੁਝ ਉਹ ਖੋਜ ਚੁੱਕੇ ਨੇ, ਪਰ ਉਹਨਾਂ ਨੇ ਇਹ ਥੋੜ੍ਹਾ ਕਿਹਾ ਵੀ ਐਂਡ ਹੋ ਗਿਆ, ਹੁਣ ਅਸੀਂ ਅਖੀਰ 'ਤੇ ਪਹੁੰਚ ਗਏ। ਅਜੇ ਬਹੁਤ ਕੁਝ ਐਸਾ ਹੈ ਜਿਹੜਾ ਖੋਜ ਤੋਂ ਪਰੇ ਹੈ ਤੇ ਸਾਰਾ ਕੁਝ ਖੋਜਿਆ ਵੀ ਨਹੀਂ ਜਾਣਾ। ਤਾਂ ਪਾਤਸ਼ਾਹ ਇੱਥੇ ਗੱਲ ਸਮਝਾ ਰਹੇ ਨੇ ਵੀ ਅਸੰਖ ਨਾਮ ਅਸੰਖ ਥਾਂ, ਅਗੰਮ ਅਗੰਮ, ਅਗੰਮ ਦਾ ਅਰਥ ਹੁੰਦਾ ਹੈ, ਗੰਮ ਦਾ ਅਰਥ ਹੁੰਦਾ ਪਹੁੰਚਣਾ, ਗੰਮ ਦਾ ਅਰਥ ਹੈ ਪਹੁੰਚਣਾ, ਤੇ ਅਗੰਮ ਦਾ ਅਰਥ ਕੀ ਹੈ? ਜਿੱਥੋਂ ਤੱਕ ਸਾਡੀ ਪਹੁੰਚ ਨਹੀਂ ਹੈ। ਅਗੰਮ ਅਗੰਮ ਅਸੰਖ ਲੋ, ਬਹੁਤ ਭਵਨ ਐਸੇ ਵੀ ਹੈਗੇ ਨੇ ਜਿੱਥੋਂ ਤੱਕ ਇਸ ਜੀਵ ਦੀ ਅਜੇ ਪਹੁੰਚ ਨਹੀਂ ਹੋਈ। ਹੋ ਸਕਦਾ ਉੱਥੇ ਪਹੁੰਚ ਹੋ ਜਾਏ, ਉਸ ਤੋਂ ਅੱਗੇ ਕੋਈ ਬਹੁਤ ਕੁਝ ਹੋਵੇ ਜਿੱਥੋਂ ਤੱਕ ਇਸ ਜੀਵ ਦੀ ਪਹੁੰਚ ਅਜੇ ਨਹੀਂ ਹੋਈ। ਤਾਂ ਹੀ ਬਾਣੀ 'ਚ ਬਾਰ-ਬਾਰ ਇਹ ਸ਼ਬਦ ਵਰਤੇ ਸੀ ਵੀ ਤੂੰ ਉਹਦਾ ਅੰਤ ਭਾਈ ਨਹੀਂ ਪਾ ਸਕਦਾ। ਤੋਂ ਅੱਗੇ ਗੁਰਦੇਵ ਜੀ ਕਹਿੰਦੇ ਨੇ ਅਗੰਮ ਅਗੰਮ ਅਸੰਖ ਲੋ, ਅਸੰਖ ਕਹੈ। ਵੇਖੋ ਹੁਣ ਕਿੱਡੇ ਪਿਆਰੇ ਸ਼ਬਦ ਵਰਤੇ। ਪਹਿਲਾਂ ਅਸੰਖ ਸ਼ਬਦ ਵਰਤ ਦਿੱਤਾ, ਕਹਿੰਦੇ ਅਸੰਖ ਕਹੈ ਸਿਰ ਭਾਰ ਹੋਏ। ਉਹਦੀ ਏਡੀ ਵੱਡੀ ਰਚਨਾ ਬਾਰੇ, ਏਡੇ ਵੱਡੇ ਪਸਾਰੇ ਬਾਰੇ ਅਸੰਖ ਸ਼ਬਦ ਕਹਿ ਕੇ ਵੀ ਸਿਰ 'ਤੇ ਭਾਰ ਚੁੱਕਣ ਵਾਲੀ ਗੱਲ ਹੈ। ਵੀ ਆਪਾਂ ਕਹਿ ਦਈਏ ਵੀ ਬੇਅੰਤ ਹੈ ਮਾਲਕ, ਇਹ ਬੇਅੰਤ ਸ਼ਬਦ ਕਹਿ ਕੇ ਵੀ ਨਾ, ਅਸੰਖ ਸ਼ਬਦ ਕਹਿ ਕੇ ਵੀ ਐਸ ਸਿਰ 'ਤੇ ਭਾਰ ਚੁੱਕਣ ਵਾਲੀ ਗੱਲ ਹੈ ਕਿ ਮੈਂ ਜਿਹੜਾ ਲਫ਼ਜ਼ ਢੁਕਵਾਂ ਬਣਦਾ ਸੀ ਨਾ, ਪ੍ਰੋਪਰ ਸ਼ਬਦ ਬਣਦਾ ਸੀ, ਮੈਂ ਉਹ ਸ਼ਬਦ ਵੀ ਨਹੀਂ ਬੋਲ ਸਕਿਆ। ਅਸੰਖ ਕਹੈ ਵੀ ਇੱਦਾਂ ਕਹਿ ਦਈਏ ਰੱਬ ਜੀ ਤੁਸੀਂ ਬੇਅੰਤ ਹੋ, ਇਹ ਬੇਅੰਤ ਕਹਿ ਕੇ ਵੀ ਨਾ ਆਪਣੇ ਸਿਰ 'ਤੇ ਭਾਰ ਚੁੱਕਣ ਵਾਲੀ ਗੱਲ ਹੈ। ਅਤੇ ਫਿਰ ਕਿੱਦਾਂ ਭਾਈ ਤੂੰ ਅੰਤ ਪਾ ਲਵੇਂਗਾ? ਹੁਣ ਇਹ ਤਾਂ ਪਸਾਰੇ ਦੀ ਗੱਲ ਕਰ ਰਹੇ ਗੁਰਦੇਵ ਜੀ। ਕਹਿੰਦੇ ਅਸੰਖ ਕਹੈ ਸਿਰ ਭਾਰ ਹੋਏ, ਅੱਖਰੀ ਨਾਮ ਅੱਖਰੀ ਸਾਲਾ। ਅੱਖਰਾਂ ਦੁਆਰਾ ਹੀ ਉਹਦਾ ਨਾਮ ਲਿਆ ਜਾ ਸਕਦਾ, ਅੱਖਰਾਂ ਦੁਆਰਾ ਹੀ ਉਹਦੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ, ਭਾਵ ਉਹਦੇ ਹੁਕਮ ਦੁਆਰਾ, ਉਹਦੇ ਸ਼ਬਦ ਨੂੰ ਸਮਝ ਕੇ। ਅੱਖਰੀ ਨਾਮ ਅੱਖਰੀ ਸਾਲਾ, ਤੇ ਅੱਖਰਾਂ ਦੁਆਰਾ ਹੀ ਗਿਆਨ ਗੀਤ ਗੁਣ ਗਾ। ਅੱਖਰਾਂ ਦੁਆਰਾ ਹੀ ਉਹਦੇ ਗਿਆਨ ਨਾਲ ਸਾਂਝ ਪੈ ਸਕਦੀ ਹੈ, ਗੀਤ ਗਾਏ ਜਾ ਸਕਦੇ। ਤੇ ਗਾਹ ਦਾ ਅਰਥ ਹੁੰਦਾ ਗਾਉਣਾ। ਜਿਵੇਂ ਆਪਾਂ ਜਿਹੜੇ ਬਿਲਕੁਲ ਕਿਰਸਾਨੀ ਕਿੱਤੇ ਨਾਲ ਸੰਬੰਧ ਰੱਖਣ ਵਾਲੇ ਉਹਨਾਂ ਨੂੰ ਪਤਾ, ਜਿਵੇਂ ਫਲੇ ਗਾਏ ਜਾਂਦੇ ਸੀ ਪਹਿਲਾਂ, ਜਿਵੇਂ ਤੋਰੀਆ ਗਾਇਆ ਜਾਂਦਾ ਸੀ। ਗਾਉਣਾ ਤੇ ਵਿੱਚੋਂ ਬੀਜ ਦੀ ਪ੍ਰਾਪਤੀ ਕਰਨੀ। ਗਾਉਣਾ ਭਾਵ ਤੱਤ ਤੱਕ ਪਹੁੰਚਣਾ, ਲੱਭਣਾ ਉਹਦੇ ਵਿੱਚੋਂ ਕੁਝ। ਜਿਵੇਂ ਆਪਾਂ ਦਹੀਂ ਦੇ ਵਿੱਚ ਮਧਾਣੀ ਪਾ ਕੇ ਉਹਨੂੰ ਰਿੜਕਦੇ ਹਾਂ, ਉਹਦੇ ਵਿੱਚੋਂ ਆਪਾਂ ਮੱਖਣ ਕੱਢਦੇ ਹਾਂ। ਗਾਉਣਾ ਭਾਵ ਸ਼ਬਦਾਂ ਦੁਆਰਾ। ਵੈਸੇ ਇੱਕ ਬੇਨਤੀ ਕਰਾਂ, ਸ਼ਬਦ ਹੀ ਨੇ ਜਿਹੜੇ, ਕਈ ਵਾਰੀ ਆਪਾਂ ਨੂੰ ਇੰਝ ਲੱਗਦਾ ਵੀ ਜਿਹੜੇ
ਗੂੰਗੇ ਨੇ ਜਿਹੜੇ ਉਹ ਬੋਲ ਨਹੀਂ ਸਕਦੇ ਭਾਈ, ਪਰ ਉਹਨਾਂ ਦੀ ਵੀ ਇੱਕ ਲੈਂਗੁਏਜ ਹੈ, ਉਹਨਾਂ ਦੇ ਵੀ ਇੱਕ ਸ਼ਬਦ ਨੇ ਜਿਹੜੇ ਸਾਨੂੰ ਸਮਝ ਨਹੀਂ ਆਉਂਦੇ। ਉਹ ਹੱਥਾਂ ਨਾਲ ਵੀ ਇੱਕ ਦੂਜੇ, ਜਦੋਂ ਗੂੰਗਾ ਤੁਸੀਂ ਵੇਖਿਆ ਕਿ ਵੀ ਜਦੋਂ ਇੱਕ ਗੂੰਗਾ ਬੰਦਾ ਜਦੋਂ ਗੂੰਗੇ ਬੰਦੇ ਨਾਲ ਗੱਲ ਕਰਦਾ, ਉਹਦੀ ਵੀ ਇੱਕ ਲੈਂਗੁਏਜ ਹੈ, ਉਹਦੀ ਵੀ ਇੱਕ ਭਾਸ਼ਾ ਹੈ, ਉਹਦਾ ਵੀ ਇੱਕ ਸ਼ਬਦ ਹੈ। ਮੈਂ ਬਾਹਰਲੀਆਂ ਕੰਟਰੀਆਂ 'ਚ ਕਈ ਆਪਣੇ ਟੈਕਸੀ ਵਾਲੇ ਵੀਰਾਂ ਦੇ ਨਾਲ ਗੱਲਬਾਤ ਜਦੋਂ ਕੀਤੀ ਤੇ ਵੇਖਿਆ ਵੀ ਜਦੋਂ ਉਹਨਾਂ ਦੇ ਨਾਲ ਇੱਦਾਂ ਪੈਸੇਂਜਰ ਨਾਲ ਸੀਟ ਤੇ ਬੈਠਦਾ ਹੈ ਤੇ ਇੱਦਾਂ ਅੱਖਰ ਇੱਦਾਂ ਦਾਣਿਆਂ ਵਾਲੇ ਲਿਖੇ ਹੁੰਦੇ, ਤੇ ਮੈਂ ਕਈ ਵਾਰੀ ਪੁੱਛਣਾ ਵੀ ਇਹ ਕੀ ਹੈ, ਉਹਨਾਂ ਕਹਿਣਾ ਇਹ ਨੇਤਰਹੀਣ ਵਿਅਕਤੀਆਂ ਵਾਸਤੇ ਉਹਨਾਂ ਦੀ ਲੈਂਗੁਏਜ ਹੈ, ਵੀ ਜੇ ਕੱਲ੍ਹ ਨੂੰ ਕੋਈ ਪੈਸੇਂਜਰ ਆਣ ਕੇ ਨੇਤਰਹੀਣ ਬੈਠਦਾ ਹੈ ਤੇ ਇੱਥੇ ਟੈਕਸੀ ਡਰਾਈਵਰ ਦਾ ਨਾਮ ਲਿਖਿਆ ਹੋਇਆ ਹੈ, ਗੱਡੀ ਦਾ ਨੰਬਰ ਲਿਖਿਆ ਹੋਇਆ, ਤਾਂ ਕਿ ਉਹ ਬਿਨਾਂ ਪੁੱਛਿਆਂ ਜਾਣ ਸਕੇ, ਗੱਲਬਾਤ ਕਰਨ ਤੋਂ ਬਿਨਾਂ ਵੀ ਜਾਣ ਸਕੇ, ਭਾਵੇਂ ਉਹਦੇ ਕੋਲ ਅੱਖਾਂ ਨਹੀਂ ਪਰ ਉਹ ਵੀ ਸ਼ਬਦ ਉਹ ਨਾਲ ਇੱਦਾਂ ਜਦੋਂ ਸੀਟ 'ਤੇ ਬੈਠ ਕੇ ਇੱਦਾਂ ਬਾਰੀ ਦੇ ਨਾਲ ਜਦੋਂ ਡੋਰ ਦੇ ਨਾਲ ਜਦੋਂ ਹੱਥ ਮਾਰਦਾ ਤੇ ਉੱਥੇ ਉਹ ਦਾਣਿਆਂ 'ਤੇ ਹੱਥ ਮਾਰ ਕੇ ਚੈੱਕ ਕਰ ਲੈਂਦਾ, ਭਾਵ ਉਹਨੂੰ ਸਮਝ ਆ ਜਾਂਦੀ ਵੀ ਇਹ ਇਸ ਗੱਡੀ ਨੂੰ ਚਲਾਉਣ ਵਾਲੇ ਡਰਾਈਵਰ ਦਾ ਨਾਮ ਆ ਹੈ, ਗੱਡੀ ਦਾ ਆਹ ਨੰਬਰ ਹੈ। ਜਾਣੀ ਕਿ ਜੇ ਕੱਲ੍ਹ ਨੂੰ ਕੋਈ ਉਹ ਹਰਕਤ ਗਲਤ ਕਰਨ ਦੀ ਕੋਸ਼ਿਸ਼ ਕਰੇ ਤੇ ਉਹ ਪੁਲਿਸ ਨੂੰ ਜਿਹੜੀ ਹੈ ਇਨਫੋਰਮੇਸ਼ਨ ਦੇ ਸਕੇ, ਜਾਣਕਾਰੀ ਦੇ ਸਕੇ, ਜੇ ਉਹਦੇ ਨਾਲ ਕੋਈ ਕੱਲ੍ਹ ਨੂੰ ਕੋਈ ਵਧੀਕੀ ਕਰਦਾ ਹੈ। ਤਾਂ ਇਹ ਗੱਲਾਂ ਕਹਿਣ ਦਾ ਮਤਲਬ ਹੈ ਨੇਤਰਹੀਣ ਬੰਦੇ ਦੀ ਵੀ ਕੋਈ ਲੈਂਗੁਏਜ ਹੈ, ਜਿਹੜਾ ਗੂੰਗਾ ਬੰਦਾ ਉਹਦੀ ਵੀ ਇੱਕ ਭਾਸ਼ਾ, ਭਾਵੇਂ ਆਪਾਂ ਕਹਿੰਦੇ ਵੀ ਲੈ ਇਹਨੂੰ ਕਿਹੜਾ ਸ਼ਬਦਾਂ ਦਾ ਪਤਾ ਹੈ, ਹਰ ਇੱਕ ਦਾ ਜਿਹੜਾ ਵਾ ਸ਼ਬਦਾਂ ਤੋਂ ਬਿਨਾਂ ਗੁਜ਼ਾਰਾ ਨਹੀਂ, ਜਿਹੜਾ ਸ਼ਬਦ ਹੀ ਆ ਜਿਹੜਾ ਇੱਕ ਦੂਜੇ ਨਾਲ ਸਾਡੀ ਵੱਖਰੀ ਗੱਲ ਹੈ। ਸ਼ਬਦ ਕਿੱਦਾਂ ਦੇ ਨੇ, ਹੁਣ ਇੱਥੇ ਗੁਰਦੇਵ ਜੀ ਕਹਿੰਦੇ ਅੱਖਰੀ ਨਾਮ, ਅੱਖਰੀ ਸਾਲਾ, ਅੱਖਰਾਂ ਦੁਆਰਾ ਹੀ ਨਾਮ ਲਿਆ ਜਾਂਦਾ ਹੈ, ਅੱਖਰਾਂ ਦੁਆਰਾ ਹੀ ਸਿਫਤ ਸਲਾਹ ਕੀਤੀ ਜਾਂਦੀ ਹੈ। ਤੋ ਪਾਤਸ਼ਾਹ ਅੱਗੇ ਕਹਿੰਦੇ ਨੇ ਅੱਖਰੀ ਗਿਆਨ ਗੀਤ ਗੁਣ ਗਾ, ਅੱਖਰਾਂ ਦੁਆਰਾ ਹੀ ਗਿਆਨ ਵਾਕਫੀਅਤ ਹੁੰਦੀ ਹੈ, ਗੀਤ ਗੁਣ ਗਾ, ਉਸ ਮਾਲਕ ਦੇ ਗੀਤ ਗਾਏ ਜਾਂਦੇ ਨੇ, ਉਹਦੇ ਗੁਣਾਂ ਨਾਲ ਸਾਂਝ ਪੈਂਦੀ ਹੈ। ਤੇ ਪਾਤਸ਼ਾਹ ਕਹਿੰਦੇ ਨੇ ਅੱਖਰੀ ਲਿਖਣ ਬੋਲਣ ਬਾਣ, ਉਸ ਅੱਖਰ ਦੁਆਰਾ, ਉਸ ਸ਼ਬਦ ਦੁਆਰਾ, ਉਹਨਾਂ ਗੁਣਾਂ ਦੁਆਰਾ ਹੀ ਬੋਲ ਬਾਣ, ਭਾਵ ਅੱਖਰੀ ਲਿਖਣ ਬੋਲਣ ਬਾਣ। ਲਿਖਣ ਬੋਲਣ ਬਾਣ ਦਾ ਅਰਥ ਹੈ ਇਹਦੇ ਨਾਲ ਹੀ ਮਨੁੱਖ ਦੇ ਬੋਲ ਚਾਲ, ਕਰੈਕਟਰ, ਕਿਰਦਾਰ, ਆਚਰਣ ਦੀ ਘਾੜਤ ਘੜੀ ਜਾਂਦੀ। ਜਿਵੇਂ ਆਪਾਂ ਆਮ ਨਹੀਂ ਬੋਲੀ 'ਚ ਇੱਕ ਸ਼ਬਦ ਬੋਲਦੇ, ਫਲਾਣੇ ਦੀ ਬੋਲ ਬਾਣੀ ਬੜੀ ਮਾੜੀ ਹੈ, ਫਲਾਣੇ ਦੀ ਬੋਲ ਬਾਣੀ ਬੜੀ ਚੰਗੀ ਹੈ। ਸ਼ਬਦ ਹੀ ਹੁੰਦਾ ਹੈ ਨਾ, ਇੱਕ ਸ਼ਬਦ ਜਦੋਂ ਬੋਲਦਾ ਤੁਹਾਡੇ ਕੰਨਾਂ 'ਚ ਅੰਮ੍ਰਿਤ ਘੋਲਦਾ ਹੈ, ਇੱਕ ਸ਼ਬਦ ਬੋਲਦਾ ਤਾਂ ਤੁਹਾਡੇ ਹਿਰਦੇ ਨੂੰ ਸਾੜ ਕੇ ਸੁਆਹ ਕਰ ਦਿੰਦਾ ਹੈ, ਤੁਹਾਡੇ ਅੰਦਰ ਅੱਗ ਬਾਲ ਦਿੰਦਾ। ਸ਼ਬਦ ਤੇ ਸ਼ਬਦ ਹੀ ਹੁੰਦਾ ਹੈ। ਤਾਂ ਪਾਤਸ਼ਾਹ ਇੱਥੇ ਬੜੇ ਪਿਆਰੇ ਸ਼ਬਦ ਵਰਤ ਰਹੇ ਨੇ, ਕਹਿੰਦੇ ਅੱਖਰੀ ਲਿਖਣ ਬੋਲਣ ਬਾਣ ਤੇ ਅੱਖਰਾਂ ਸਿਰ ਸੰਜੋਗ ਵਿਖਾਣ। ਇਹਨਾਂ ਅੱਖਰਾਂ ਦੁਆਰਾ ਹੀ, ਭਾਵ ਇਹਨਾਂ ਗੁਣਾਂ ਦੁਆਰਾ, ਉਸ ਮਾਲਕ ਦੀ ਸਿਫਤ ਸਲਾਹ ਦੁਆਰਾ ਹੀ, ਕਿਉਂਕਿ ਜੇ ਸਿਫਤ ਸਲਾਹ ਕਰਨੀ ਉਹ ਵੀ ਅੱਖਰਾਂ ਦੁਆਰਾ ਹੀ ਹੋਣੀ ਹੈ। ਜਦੋਂ ਆਪਾਂ ਕਿਸੇ ਦੀ ਵਡਿਆਈ ਕਰਦੇ ਹਾਂ ਉਹ ਵੀ ਅੱਖਰਾਂ ਦੁਆਰਾ ਹੁੰਦੀ ਹੈ, ਅਤੇ ਜਦੋਂ ਆਪਾਂ ਕਿਸੇ ਦੀ ਨਰਾਦਰੀ ਕਰਦੇ ਹਾਂ ਉਹ ਵੀ ਅੱਖਰਾਂ ਦੁਆਰਾ ਹੀ ਹੁੰਦੀ ਹੈ। ਹੁੰਦੇ ਅੱਖਰ ਹੀ ਨੇ, ਸ਼ਬਦ ਹੀ ਹੁੰਦੇ ਨੇ। ਹੁਣ ਕਹਿੰਦੇ ਅੱਖਰੀ ਲਿਖਣ ਬੋਲਣ ਬਣ ਤੇ ਅੱਖਰਾਂ ਸਿਰ ਸੰਜੋਗ ਵਿਖਾਣ, ਅੱਖਰਾਂ ਦੇ ਸਿਰ 'ਤੇ ਹੀ, ਅੱਖਰਾਂ ਦੇ ਬਲ ਬੂਤੇ 'ਤੇ ਹੀ ਕਹਿੰਦੇ ਸੰਜੋਗ ਵਿਖਾਣ। ਦੁਨੀਆ 'ਤੇ ਸੰਜੋਗ ਬਣਦਾ, ਇੱਕ ਦੂਜੇ ਨਾਲ ਸਾਂਝ ਬਣਦੀ ਹੈ। ਜਿਵੇਂ ਆਪਾਂ ਨਹੀਂ ਕਹਿੰਦੇ ਬਾਬਾ ਬੋਲੀਏ ਪਤ ਹੋਏ, ਪਰ ਪਾਤਸ਼ਾਹ ਨੇ ਆਖਿਆ ਬਾਬਾ ਬੋਲੀਏ ਪਤ ਹੋਏ, ਊਤਮ ਸੇ ਦਰ ਊਤਮ ਕਹੀਏ, ਨੀਚ ਕਰਮ ਬਹਿ ਰੋਏ। ਨਾਨਕ ਫਿੱਕੇ ਬੋਲੇ, ਤਨ ਮਨ ਫਿੱਕਾ ਹੋਏ। ਤੋ ਗੁਰਦੇਵ ਜੀ ਨੇ ਇਹ ਸ਼ਬਦ ਬੜੇ ਪਿਆਰੇ ਵਰਤੇ। ਤੋ ਇੱਥੇ ਮਹਾਰਾਜ ਬੜੀ ਸੌਖੀ ਭਾਸ਼ਾ 'ਚ ਗੱਲ ਸਮਝਾਉਂਦੇ ਨੇ, ਕਹਿੰਦੇ ਅੱਖਰ ਜਿਹੜੇ ਨੇ, ਅੱਖਰਾਂ ਸਿਰ, ਅੱਖਰਾਂ ਦੇ ਸਿਰ 'ਤੇ, ਅੱਖਰਾਂ ਦੀ ਬਦੌਲਤ ਸੰਜੋਗ ਵਿਖਾਣ। ਸੰਜੋਗ ਦਾ ਅਰਥ ਹੁੰਦਾ ਮਿਲਣਾ, ਮਿਲਾਪ। ਅੱਖਰਾਂ ਦੁਆਰਾ ਹੀ ਸਾਡਾ ਇੱਕ ਦੂਜੇ ਨਾਲ ਮਿਲਾਪ ਹੁੰਦਾ ਹੈ, ਸਾਡੀ ਇੱਕ ਦੂਜੇ ਨਾਲ ਸਾਂਝ ਪੈਂਦੀ ਹੈ, ਇੱਕ ਦੂਜੇ ਨਾਲ ਸਾਡੀ ਨੇੜਤਾ ਬਣਦੀ ਹੈ। ਅਤੇ ਅੱਖਰ ਹੀ ਨੇ ਜਿਹੜੇ ਸਾਨੂੰ ਇੱਕ ਦੂਜੇ ਤੋਂ ਕਈ ਵਾਰੀ ਦੂਰ ਕਰਦੇ ਨੇ। ਕਿਸੇ ਨੇ ਕੋਈ ਸ਼ਬਦ ਬੋਲਿਆ, ਹੁਣ ਕਿਲਿਆ ਨਹੀਂ ਹੁੰਦਾ, ਪਰ ਉਹਨੇ ਫੋਨ 'ਤੇ ਉਹਨੂੰ ਕੋਈ ਦੋ ਸ਼ਬਦ ਬੋਲੇ, ਉਹ ਜ਼ਿੰਦਗੀ 'ਚ ਮੁੜ ਕੇ ਉਹਦੇ ਮੱਥੇ ਨਹੀਂ ਲੱਗਦਾ। ਹੁਣ ਸ਼ਬਦ ਉਹੋ ਹੀ ਸੀ। ਇੱਕ ਸ਼ਬਦ ਬੋਲੇ ਕਿਸੇ ਨੂੰ ਨੇੜੇ ਲੈ ਆਉਂਦਾ। ਉਹ ਸ਼ਬਦ ਲਿਖੇ ਦੁਆਰਾ ਵੀ ਹੋ ਸਕਦੇ ਆ, ਉਹ ਬੋਲਣ ਦੁਆਰਾ ਵੀ ਹੋ ਸਕਦੇ ਆ, ਕਿਸੇ ਤਰੀਕੇ ਨਾਲ ਵੀ ਹੋ ਸਕਦੇ ਆ। ਤੋ ਅੱਖਰਾਂ ਸਿਰ ਸੰਜੋਗ ਵਿਖਾਣ। ਅਤੇ ਅੱਗੇ ਪਾਤਸ਼ਾਹ ਕਹਿੰਦੇ ਜਿਨ ਇਹ ਲਿਖੇ, ਕਿਹੜੇ? ਉਸ ਮਾਲਕ ਦੀ ਸਿਫਤ ਸਲਾਹ ਵਾਲੇ ਅੱਖਰ, ਉਹਦੇ ਹੁਕਮ ਵਾਲੇ ਅੱਖਰ, ਉਹਦੀ ਰਜਾ ਵਾਲੇ ਹੁਕਮ, ਜਿਹਦੇ ਬਾਰੇ ਆਪਾਂ ਅੱਗੇ ਜਾ ਕੇ ਪੜ੍ਹਿਆ ਵੀ ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਹੇ ਮੇਰੇ ਮਾਲਕ ਜੀ, ਉਹ ਸਿਫਤ ਸਲਾਹ ਵਾਲੇ ਅੱਖਰ। ਪਾਤਸ਼ਾਹ ਕਹਿੰਦੇ ਜਿਹਨੇ ਆਪਣੇ ਅੰਦਰ ਉਹ ਅੱਖਰ ਲਿਖ ਲਏ। ਪਾਤਸ਼ਾਹ ਸਮਝਾਉਂਦੇ ਨੇ ਜਿਨ ਇਹ ਲਿਖੇ, ਕਿੱਥੇ ਲਿਖਣੇ ਨੇ? ਆਪਣੇ ਅੰਦਰ। ਜਿਵੇਂ ਆਪਾਂ ਆਮ ਹੀ ਗੱਲ ਕਰਦੇ, ਮੈਂ ਇਹ ਗੱਲ ਪਹਿਲਾਂ ਵੀ ਕਹਿ ਚੁੱਕਾ ਕਿ ਜਿਹੜੀ ਕਿਸਮਤ ਹੈ, ਜਿਹੜੇ ਭਾਗ ਨੇ, ਉਹ ਅਸੀਂ ਖੁਦ ਆਪਣੇ ਆਪ ਬਣਾਉਣੇ ਨੇ, ਗੁਰੂ ਦੀ ਬਾਣੀ ਪੜ੍ਹ ਕੇ, ਸਮਝ ਕੇ, ਵਿਚਾਰ ਕੇ। ਵੀ ਜਿਨ ਇਹ ਲਿਖੇ ਤਿਸ ਸਿਰ ਨਾਹੀਂ। ਜਿਸ ਬੰਦੇ ਨੇ ਆਪਣੇ ਅੰਦਰ ਇਹ ਅੱਖਰ ਲਿਖ ਲਏ, ਸਿਫਤ ਸਲਾਹ ਵਾਲੇ ਆਪਣੇ ਅੰਦਰ ਅੱਖਰ ਲਿਖਣੇ ਨੇ। ਤੋ ਗੁਰਦੇਵ ਨੇ ਨਾ ਬਹੁਤ ਪਿਆਰੀ ਗੱਲ ਬਾਣੀ ਵਿੱਚ ਕਹੀ ਹੈ, ਮੇਰੇ ਸਾਹਿਬਾ ਹਉ ਆਪੇ ਭਰਮ ਭੁਲਾਣੀ, ਅੱਖਰ ਲਿਖੇ। ਹੁਣ ਉੱਥੇ ਵੀ ਸ਼ਬਦ ਅੱਖਰ ਲਿਖਿਆ,
ਵੀ ਅੱਖਰ ਲਿਖੇ ਸਹੀ ਗਾਵਾਂ। ਅੱਖਰ ਦਾ ਅਰਥ ਕੀ ਆ? ਜਿੱਦਾਂ ਦੇ ਅੱਖਰ ਮੈਂ ਆਪਣੇ ਅੰਦਰ ਲਿਖੇ ਨੇ, ਜਿੱਦਾਂ ਦਾ ਮੈਂ ਆਪਣੀ ਸੋਚ ਨੂੰ ਬਣਾਇਆ ਹੈ, ਉਹਦੇ ਮੁਤਾਬਕ ਹੀ ਮੇਰਾ ਜੀਵਨ ਬਣਦਾ ਜਾ ਰਿਹਾ। ਮੈਂ ਕਿਸੇ ਸਿਰ ਦੋਸ਼ ਕਿੱਦਾਂ ਮੜ ਸਕਦਾ? ਹੁਣ ਤੁਸੀਂ ਮੈਂ ਕਈ ਵਾਰੀ ਗੱਲ ਕਹਿਣਾ ਹੁੰਦਾ, ਜਿਸ ਬੱਚੇ ਦੇ ਕੰਨਾਂ 'ਚ ਤੁਸੀਂ ਅੱਖਰਾਂ ਦੁਆਰਾ ਗਾਲ ਪਾਤੀ, ਇਹਦਾ ਘਰ 'ਚ ਗਾਲ ਕੱਢੀ, ਪਿਓ ਨੇ, ਚਾਚੇ ਨੇ ਗਾਲ ਕੱਢੀ, ਤਾਏ ਨੇ ਗਾਲ ਕੱਢੀ, ਬੱਚੇ ਦੇ ਕੰਨਾਂ 'ਚੋਂ ਗਾਲ ਗਈ, ਕੰਨਾਂ 'ਚ ਗਾਲ ਚਲੇਗੀ, ਜ਼ੁਬਾਨ 'ਤੇ ਉਹ ਗਾਲ ਆਏਗੀ, ਕਿਉਂਕਿ ਅੱਖਰ ਉਹਦੇ ਅੰਦਰ ਤੁਸੀਂ ਉੱਦਾਂ ਦੀ ਗੱਲ ਲਿਖ ਦਿੱਤੀ। ਹੁਣ ਜੇ ਤੁਸੀਂ ਉਹਦੇ ਅੰਦਰ ਕੋਈ ਚੰਗੇ, ਹੁਣ ਅੱਜ ਜਿਹੜੇ ਬੱਚਿਆਂ ਨੂੰ ਜੰਮਦਿਆਂ ਨੂੰ ਗਾਣੇ ਆਉਂਦੇ ਆ, ਕੰਨਾਂ ਰਾਹੀਂ ਗਾਣੇ ਗਏ ਤੇ ਯਾਦ ਆਉਂਦੇ, ਗਾਣੇ ਆਉਂਦੇ ਆ ਨਾ, ਤੇ ਜਿਨ੍ਹਾਂ ਬੱਚਿਆਂ ਨੇ, ਜਿਨ੍ਹਾਂ ਦੇ ਲਾਗੇ ਮਾਂ ਨੇ ਬਚਪਨ ਤੋਂ ਪਾਠ ਕੀਤਾ, ਮਾਂ ਨੇ ਤਾਂ ਤਿਆਰ ਕਰੀਗੀ ਬੱਚਿਆਂ ਨੂੰ, ਨਾਲ ਪਾਠ ਕਰੇਗੀ, ਨਾਲ ਤਿਆਰ ਕਰੇਗੀ, ਪਹਿਲਾਂ ਇੱਕ ਪੌੜੀ ਫਿਰ 2 ਪੌੜੀਆਂ। ਮੈਂ ਬੜੇ ਪਰਿਵਾਰ ਵੇਖੇ ਨੇ ਜਿੱਥੇ ਭੈਣਾਂ ਨੇ ਆਪਣੀਆਂ ਧੀਆਂ ਨੂੰ, ਆਪਣੇ ਪੁੱਤਰਾਂ ਨੂੰ ਪਾਠ ਕਰਨਾ ਸਿਖਾ ਦਿੱਤਾ, ਨਾਲ ਉਹ ਮਾਂ ਤਿਆਰ ਕਰੇਗੀ, ਨਾਲ ਉਹਨੇ ਇੱਦਾਂ ਅੱਗੇ ਪੜ੍ਹੀ ਗਈ, ਆ ਮੇਰੇ ਪੁੱਤਰ ਇੱਦਾਂ ਪੜ੍ਹ, ਤੋ ਬੱਚੇ ਸੋਚੈ ਸੋਚ ਨਾ ਹੋਵੇ, ਜੇ ਸੋਚੀ ਲਖਵਾਰ, ਚੁੱਪੈ ਚੁੱਪ ਨਾ ਹੋਵੇ। ਹੁਣ ਇਹ ਸ਼ਬਦ ਮਾਂ ਨੇ ਆਪਣੇ ਬੱਚੀ ਦੇ ਕੰਨਾਂ 'ਚ ਪਾਏ ਨੇ ਨਾ, ਤੇ ਜੇ ਘਰਾਂ 'ਚ ਇਹ ਸ਼ਬਦ ਪਾਏ ਨਾ ਹੋਣ ਤਾਂ ਬੱਚਾ ਸਿੱਖੇਗਾ ਕਿੱਦਾਂ? ਜਿੱਦਾਂ ਦੀ ਤੁਸੀਂ ਬੋਲ ਬਾਣੀ, ਹੁਣ ਤੁਸੀਂ ਕਿੱਦਾਂ ਦੇ ਬਣਨਾ ਚਾਹੁੰਦੇ ਹੋ, ਇਹ ਤੁਹਾਡੇ 'ਤੇ ਆਪਣੇ ਆਪ 'ਤੇ ਡਿਪੈਂਡ ਹੈ। ਵੀ ਮੈਂ ਚੰਗਾ ਬਣਨਾ ਚਾਹੁੰਦਾ, ਚੰਗੇ ਸ਼ਬਦ ਆਪਣੇ ਕੰਨਾਂ 'ਚ ਪਾਵਾਂ। ਤੇ ਪਾਤਸ਼ਾਹ ਦੀ ਬਾਣੀ ਕਹਿੰਦੀ ਬੰਦੇ ਦੀ ਹਾਲਤ ਇਹ ਹੈ ਵੀ ਗੰਧਣ ਵੈਣ ਸੁਣੇ ਉਰਝਾਵੇਂ, ਗੰਦੇ ਗੀਤ ਸੁਣ ਕੇ ਤੇ ਖੁਸ਼ ਹੁੰਦਾ ਹੈ। ਆਪਾਂ ਸਮਾਜ ਦੀ ਹਾਲਤ ਵੇਖੀਏ, ਅੱਜ ਗੀਤ ਤਾਂ ਕਿਸੇ ਦਾ 15 ਦਿਨ ਪਹਿਲਾਂ ਆਉਂਦਾ ਤੇ ਰਾਤੋਂ ਰਾਤ ਲੱਖਾਂ ਬੰਦਾ ਸੁਣ ਜਾਂਦਾ ਉਹਨੂੰ, ਤੇ ਸ਼ਬਦਾਂ ਵਾਲੇ ਬੰਨੇ ਸਾਡਾ ਧਿਆਨ ਹੀ ਹੈ ਨਹੀਂ। ਅਸੀਂ ਕੋਈ ਗੁਰਬਾਣੀ ਦਾ ਕੋਈ ਸ਼ਬਦ ਸਾਡੇ ਕੰਨਾਂ 'ਚ ਜਾਏਗਾ ਤੇ ਸਾਡਾ ਮਨ ਉੱਦਾਂ ਦਾ ਘੜਿਆ ਜਾਏਗਾ ਨਾ। ਬਾਣੀ 'ਚ ਲਿਖਿਆ ਗੁਰ ਕੈ ਸ਼ਬਦ ਬਣਾਵੋ ਇਹ ਮਨ। ਸ਼ਬਦ ਕੀ ਹੈ? ਅੱਖਰ, ਹੁਕਮ, ਸ਼ਬਦ, ਗਿਆਨ। ਆਪਣੇ ਮਨ ਨੂੰ ਸ਼ਬਦ ਦੁਆਰਾ ਕਰਨਾ। ਤੇ ਜੇ ਆਪਾਂ ਸਿੱਧੀ ਭਾਸ਼ਾ 'ਚ ਗੱਲ ਕਰੀਏ ਨਾ, ਤੇ ਮਨ ਵੀ ਅੱਖਰ ਹੀ ਹੈ, ਮਨ ਵੀ ਇੱਕ ਸ਼ਬਦ ਹੀ ਹੈ। ਹੁਣ ਮਨ ਕੀ ਹੈ? ਮਨ ਦਿਸਣ ਵਾਲੀ ਚੀਜ਼ ਥੋੜ੍ਹਾ ਹੈਗੀ ਹੈ। ਮਨ ਕੀ ਹੈ? ਮੇਰੇ ਅੰਦਰ ਦਾ ਵਿਚਾਰਾਂ ਦਾ ਸੰਗ੍ਰਹਿ। ਤੇ ਵਿਚਾਰ ਕਾਹਦੇ ਰਾਹੀਂ ਆਉਂਦੇ ਨੇ? ਜੇ ਮੈਂ ਵਿਚਾਰਾਂ ਨੂੰ ਪ੍ਰਗਟ ਕਰਾਂਗਾ ਉਹ ਵੀ ਸ਼ਬਦਾਂ ਦੁਆਰਾ ਕਰਾਂਗਾ, ਜੇ ਮੈਂ ਕਿਸੇ ਕੋਲੋਂ ਵਿਚਾਰ ਸੁਣਾਂਗਾ ਉਹ ਵੀ ਸ਼ਬਦਾਂ ਦੁਆਰਾ ਲਵਾਂਗਾ। ਤਾਂ ਇਹ ਸ਼ਬਦ ਹੀ ਨੇ ਜਿਹੜੇ ਸਾਨੂੰ ਇੱਕ ਦੂਜੇ ਨਾਲ ਜੋੜਦੇ ਨੇ, ਤੇ ਸ਼ਬਦ ਹੀ ਨੇ ਜਿਹੜੇ ਇੱਕ ਦੂਜੇ ਨਾਲ ਉਹ ਤੋੜਦੇ ਨੇ। ਇਹ ਡਿਪੈਂਡ ਮੇਰੇ 'ਤੇ ਹੈ ਕਿ ਮੈਂ ਸ਼ਬਦ ਕਿਹੜੇ ਸਿੱਖਣੇ ਨੇ, ਮੈਂ ਸ਼ਬਦ ਕਿੱਦਾਂ ਦਾ ਸਿੱਖਣਾ ਹੈ। ਤਾਂ ਫਿਰ ਪਾਤਸ਼ਾਹ ਦੀ ਗੱਲ ਇੱਥੇ ਸੁਣਿਓ ਧਿਆਨ ਨਾਲ, ਜਿਹੜੀ ਗੱਲ ਗੁਰਦੇਵ ਜੀ ਨੇ ਇੱਥੇ ਸ਼ਬਦ ਵਰਤੇ ਨੇ। ਕਹਿੰਦੇ ਨੇ ਜਿਨ ਇਹ ਲਿਖੇ, ਕਿੱਥੇ ਲਿਖੇ? ਇੱਥੇ। ਜਿਵੇਂ ਡਾਕਟਰੀ ਇੱਥੇ ਲਿਖੀ ਜਾਂਦੀ ਹੈ। ਹੁਣ ਡਾਕਟਰ ਦਾ ਸਰੀਰ ਵੀ ਤਾਂ ਸਾਡੇ ਵਰਗਾ ਹੀ ਹੁੰਦਾ ਨਾ, ਪਰ ਉਹਨੇ ਡਾਕਟਰੀ ਇੱਥੇ ਲਿਖੀ ਹੈ। ਕਿੰਨੇ ਸਾਲ ਲਾ ਕੇ ਇੱਥੇ ਡਾਕਟਰੀ ਲਿਖੀ ਹੈ, ਕਿੰਨਾ ਕੁਝ ਪਿਆ ਹੈ। ਡਾਕਟਰ ਨੇ 10 ਵਜੇ ਕਲੀਨਿਕ 'ਚ ਆਣ ਕੇ ਬਹਿਣਾ, 7 ਵਜੇ ਲੋਕ ਪਰਚੀਆਂ ਲੈ ਕੇ ਇੰਤਜ਼ਾਰ ਕਰ ਰਹੇ ਡਾਕਟਰ ਦਾ। ਇੱਦਾਂ ਨਬਜ਼ ਫੜਦਾ, ਚੈੱਕ ਕਰਦਾ, 3 ਅੱਖਰ ਪਾਉਂਦਾ ਹੈ ਪੇਪਰ ਦੀ ਹਿੱਕ 'ਤੇ 200 ਰੁਪਈਆ ਉਹਨੂੰ ਮਿਲਣ ਦੀ ਫੀਸ ਹੈ। ਇੱਕ ਬੰਦਾ ਕਹਿੰਦਾ ਲੈ ਸਾਰੀ ਦਿਹਾੜੀ ਕੰਮ ਕਰੀਏ 500 ਰੁਪਈਆ ਮਿਲਦਾ, ਇਹਨੇ 2 ਮਿੰਟਾਂ 'ਚ 200। ਉਹ ਜਿਹੜਾ 200 ਰੁਪਈਆ ਉਹਨੇ ਲਿਆ ਨਾ, ਮੰਨ ਲਓ ਉਹਨੇ ਫੀਸ ਲਈ ਹੈ ਇਹਦਾ ਮਿਲਣ ਦੀ, ਮੰਨ ਲਓ ਉਹ 2 ਅੱਖਰ ਪਾਉਣ ਵਾਸਤੇ ਨਾ ਪਤਾ ਨਹੀਂ ਕਿੰਨੇ ਅੱਖਰ ਉਹਨੂੰ ਪਹਿਲਾਂ ਇੱਥੇ ਲਿਖਣੇ ਪਏ ਨੇ, ਕਿੰਨੀਆਂ ਕਿਤਾਬਾਂ ਪੜ੍ਹਨੀਆਂ ਪਈਆਂ ਨੇ। ਹੁਣ ਮੈਂ ਇੱਥੇ ਕਿਸੇ ਹੱਕ 'ਚ ਨਹੀਂ ਭੂਤ ਰਿਹਾ ਜਾਂ ਮੈਂ ਕਿਸੇ ਦੇ ਵਿਰੋਧ 'ਚ ਵੀ ਉਹ ਡਾਕਟਰ ਨੇ ਪੈਸੇ ਵੱਧ ਲੈ ਜਾਂ ਘੱਟ ਰਹੇ। ਮੈਂ ਸਿਰਫ ਦੱਸ ਰਿਹਾ ਕਿ ਹੁਣ ਉਸ ਡਾਕਟਰ ਦੀ ਪੜ੍ਹਾਈ ਪਿੱਛੇ ਸਟੱਡੀ ਕਿੰਨੀ ਹੈ, ਉਹ ਕਿੰਨੀ ਵਾਰ ਨੀਂਦ ਨਾਲ ਲੜਿਆ, ਕਿੰਨੀ ਵਾਰ ਭੁੱਖ ਨਾਲ ਲੜਿਆ, ਕਿੰਨੀ ਵਾਰ ਪਿਆਸ ਨਾਲ ਲੜਿਆ, ਕਿੰਨੀ ਵਾਰ ਉਹਦੇ ਫੈਮਿਲੀ ਦੇ ਵਿੱਚ, ਉਹਦੇ ਪਰਿਵਾਰ ਦੇ ਵਿੱਚ ਵੱਡੇ ਫੰਕਸ਼ਨ ਹੋਣਗੇ ਜਿਨ੍ਹਾਂ ਨੂੰ ਉਹਨੇ ਤਿਆਗਿਆ ਹੋਊਗਾ, ਦਿਲ ਕਰਦਾ ਹੋਏਗਾ, ਬੜੀ ਵਾਰੀ ਉਹਦਾ ਖੇਡਣ ਨੂੰ ਜੀਅ ਕੀਤਾ ਹੋਏਗਾ, ਉਹਨੇ ਖੇਡ ਦਾ ਸਮਾਂ ਵੀ ਤਿਆਗਿਆ ਹੋਏਗਾ, ਅਤੇ ਦਿਨ ਰਾਤ ਮਿਹਨਤ ਕੀਤੀ ਹੈ, ਸਟੱਡੀ ਕੀਤੀ ਹੈ। ਤਾਂ ਫਿਰ ਗੱਲ ਨੂੰ ਸਮਝਿਓ, ਇੱਥੇ ਅੱਖਰ ਲਿਖੇ, ਕਹਿਣ ਲੱਗੇ ਜਿਹੜੇ ਅੱਖਰ ਉਹਨੇ ਆਪਣੇ ਅੰਦਰ ਲਿਖ ਲਏ, ਕਿੱਦਾਂ ਲਿਖੇ? ਹੁਣ ਇਹ ਅੱਖਰ ਕਿੱਦਾਂ ਦੇ ਲਿਖਣੇ ਨੇ, ਇਹ ਬੰਦੇ 'ਤੇ ਡਿਪੈਂਡ ਕਰਦਾ। ਤਾਂ ਗੁਰਦੇਵ ਜੀ ਕਹਿੰਦੇ ਨੇ ਅੱਖਰਾਂ ਸਿਰ ਸੰਜੋਗ ਵਿਖਾਣ, ਇਹਨਾਂ ਅੱਖਰਾਂ ਦੁਆਰਾ ਹੀ ਸੰਜੋਗ ਵਿਖਾਣ, ਭਾਵ ਸਾਡੀ ਇੱਕ ਦੂਜੇ ਨਾਲ ਸਾਂਝ ਬਣਦੀ ਹੈ, ਇੱਕ ਦੂਜੇ ਨਾਲ ਪਿਆਰ ਮੁਹੱਬਤ ਬਣਦਾ ਹੈ। ਤਾਂ ਪਾਤਸ਼ਾਹ ਅੱਗੇ ਕਹਿੰਦੇ ਨੇ ਜਿਨ ਇਹ ਲਿਖੇ, ਜਿਸ ਜੀਵ ਨੇ, ਜਿਸ ਵਿਅਕਤੀ ਨੇ ਇਹ ਅੱਖਰ ਆਪਣੇ ਅੰਦਰ ਲਿਖ ਲਏ, ਜਿਹਨੇ ਇਹ ਸਿੱਖਿਆ ਆਪਣੇ ਅੰਦਰ ਧਾਰਨ ਕਰ ਲਈ, ਤਿਸ ਸਿਰ ਨਾਹੀਂ, ਉਹਦੇ ਸਿਰ 'ਤੇ ਫਿਰ ਹੁਣ ਸਭ ਤੋਂ ਉੱਚਾ ਵੇਖੋ, ਹੁਣ ਸ਼ਬਦ ਕਿਹੜਾ ਪਿਆਰਾ ਵਰਤਿਆ, ਤਿਸ ਸਿਰ ਨਾਹੀਂ। ਇਹ ਤਾਂ ਸਿਰ ਸ਼ਬਦ ਕਿਉਂ ਵਰਤਿਆ? ਜਿਵੇਂ ਗਗਨ ਸ਼ਬਦ ਨਹੀਂ ਬਾਣੀ 'ਚ ਆਉਂਦਾ, ਗਗਨ ਮੈਂ ਥਾਲ। ਹੁਣ ਸਭ ਤੋਂ ਉੱਚਾ ਗਗਨ ਹੈ, ਆਕਾਸ਼ ਜਿਹਨੂੰ ਆਪਾਂ ਕਹਿੰਦੇ ਹਾਂ। ਅਤੇ ਸਾਡੀ ਬੋਡੀ 'ਚ ਸਭ ਤੋਂ ਉੱਚਾ ਕੀ ਹੈ? ਸਾਡਾ ਸਿਰ, ਜਿੱਥੇ ਦਿਮਾਗ ਆਪਾਂ ਕਹਿੰਦੇ ਹਾਂ। ਹੁਣ ਅੱਛਾ, ਸਭ ਤੋਂ ਉੱਚਾ ਦਿਮਾਗ ਹੈ, ਬਾਕੀ ਸਭ ਕੁਝ ਥੱਲੇ ਆ ਨਾ। ਅੱਖਾਂ ਇੱਥੇ ਲੱਗੀਆਂ ਨੇ, ਨਾਸਾਂ ਨੇ, ਹੱਥ ਨੇ। ਇਹਨਾਂ ਹੱਥਾਂ ਨੇ ਕੀ ਕਰਨਾ ਦੱਸਣਾ ਇਹਨੇ, ਅੱਖਾਂ ਨੇ ਕੀ ਵੇਖਣਾ ਦੱਸਣਾ ਇਹਨੇ, ਪੈਰਾਂ ਨੇ ਕਿੱਦਾਂ ਤੁਰਨਾ ਦੱਸਣਾ ਇਹਨੇ। ਅਤੇ ਜੇ ਇੱਥੋਂ ਹਿੱਲ ਗਿਆ ਨਾ ਬੰਦਾ, ਪਾਗਲ ਬੰਦੇ ਦੇ ਕਈ ਵਾਰੀ ਹੱਥ ਪੈਰ ਸਾਡੇ ਨਾਲੋਂ ਵੀ ਨਰੋਏ ਹੁੰਦੇ ਨੇ।
ਪਰ ਉਹ ਵਿਚਾਰਾ ਕਿਸੇ ਜੋਗਾ ਨਹੀਂ ਹੁੰਦਾ। ਉਹਨੂੰ ਕੱਪੜੇ ਦਾ ਨਹੀਂ ਪਤਾ, ਖਾਣ ਦਾ ਨਹੀਂ ਪਤਾ, ਪਹਿਨਣ ਦਾ ਨਹੀਂ ਪਤਾ, ਪੀਣ ਦਾ ਨਹੀਂ ਪਤਾ। ਅਤੇ ਕਈ ਬੰਦੇ ਤੁਸੀਂ ਜ਼ਿੰਦਗੀ 'ਚ ਵੇਖਣੇ, ਕਈਆਂ ਦੀਆਂ ਲੱਤਾਂ ਬਾਹਾਂ ਕੰਮ ਨਹੀਂ ਕਰਦੀਆਂ, ਪਰ ਬ੍ਰੇਨ ਉਹਨਾਂ ਦਾ ਐਡਾ ਕੰਮ ਕਰਦਾ ਕਿ ਲੱਤਾਂ ਬਾਹਾਂ ਨਾ ਹੋਣ ਦੇ ਬਾਵਜੂਦ ਵੀ ਕੰਪਿਊਟਰ ਚਲਾ ਲੈਂਦੇ ਨੇ, ਪਲੇਨ ਤੱਕ ਉਡਾ ਲੈਂਦੇ ਨੇ ਕਈਆਂ ਕੋਲ, ਕਿਉਂਕਿ ਬ੍ਰੇਨ ਆਹ ਹੋਏਗਾ ਨਾ ਅਤੇ ਆਹ ਨਾ ਵੀ ਹੋਣਗੀਆਂ, ਸਰ ਜੂਗਾ। ਜੇ ਆਹ ਨਾ ਹੋਇਆ ਤਾਂ ਲੱਤਾਂ ਬਾਹਾਂ ਭਾਵੇਂ ਤੰਦਰੁਸਤ ਵੀ ਰਹਿਣ, ਕੀ ਕਰ ਲੋਗੇ? ਪਾਗਲ ਬੰਦੇ ਦੀਆਂ, ਹੁਣ ਪਾਗਲ ਬੰਦਾ ਕਈ ਵਾਰੀ ਆਪਾਂ ਪਰਿਵਾਰਾਂ 'ਚ ਵੇਖਦੇ ਵੀ ਕਈਆਂ ਦੇ ਸਰੀਰ ਤੰਦਰੁਸਤ ਹੁੰਦੇ, ਬਿਲਕੁਲ ਕੋਈ ਪ੍ਰੋਬਲਮ ਨਹੀਂ, ਹੱਥ ਪੈਰ ਬਿਲਕੁਲ ਸਾਫ ਸੁਥਰੇ, ਪਰ ਬ੍ਰੇਨ ਨਹੀਂ ਕੰਮ ਕਰਦਾ। ਤਾਂ ਹੀ ਗੁਰਦੇਵ ਨੇ ਬਾਣੀ 'ਚ ਸ਼ਬਦ ਵਰਤੇ ਸੀ ਨਾ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਹੈ, ਬਿਨਾਂ ਸ਼ਬਦ ਤੋਂ, ਬਿਨਾਂ ਗੁਰੂ ਦੀ ਸਿੱਖਿਆ ਤੋਂ, ਬਿਨਾਂ ਬੋਧ ਤੋਂ, ਬਿਨਾਂ ਗਿਆਨ ਤੋਂ, ਬਿਨ ਸ਼ਬਦ ਹੈ ਜਗ ਬੌਰਾਨੰ, ਜਗ ਬੌਰਾ ਹੈ। ਜੇ ਉਹਦੇ ਕੋਲ ਸ਼ਬਦਾਂ ਦਾ ਬੋਧ ਨਹੀਂ ਹੈਗਾ ਅਤੇ ਜੇ ਉਹਨੂੰ ਸਮਝ ਨਹੀਂ ਹੈਗੀ, ਹੁਣ ਤੁਸੀਂ ਅਕਲ ਦਿਓਗੇ, ਹੁਣ ਇੱਦਾਂ ਤੁਸੀਂ ਗੱਡੀ ਲੈ ਕੇ ਜਾ ਰਹੇ, ਤੁਹਾਡੀ ਗੱਡੀ ਹੈਗੀ, ਇੱਕਦਮ ਕੋਈ ਪਾਗਲ ਬੰਦਾ ਆ ਗਿਆ, ਤੰਦਰੁਸਤ ਬੰਦਾ ਆ ਗਿਆ, ਇੱਦਾਂ ਤੁਸੀਂ ਉਹਨੂੰ ਕੀ ਕਹੋਗੇ? ਤੂੰ ਪਾਗਲ ਹੈ, ਤੂੰ ਮੈਂਟਲ ਹੈ, ਤੂੰ ਗੱਡੀ ਆ ਗਿਆ, ਤੈਨੂੰ ਦਿਸਦਾ ਨਹੀਂ, ਇੱਦਾਂ ਬੋਲੋਗੇ ਨਾ। ਉਹ ਬੰਦਾ ਸੌਰੀ ਕਹੇਗਾ, ਨਹੀਂ ਮੇਰਾ ਧਿਆਨ ਨਹੀਂ ਸੀ ਜੀ, ਮੈਂ ਇੱਧਰ ਵੇਖ ਰਿਹਾ ਸੀ। ਤੁਹਾਡੀ ਗੱਡੀ ਕੋਈ ਮੈਂਟਲ ਬੰਦਾ ਆ ਜਾਏ, ਤੁਸੀਂ ਉਹਨੂੰ ਇੱਦਾਂ ਬੋਲਣ ਲੱਗੋ, ਪਹਿਲੀ ਗੱਲ ਤਾਂ ਬਿਨਾਂ ਬੋਲਣ ਤੋਂ ਤੁਹਾਡੇ ਉਹਦੇ ਕੱਪੜੇ ਵੇਖ ਕੇ, ਉਹਦਾ ਪਹਿਰਾਵਾ ਵੇਖ ਕੇ ਅੰਦਾਜ਼ਾ ਲੱਗ ਜਾਣਾ ਤੁਹਾਨੂੰ। ਫਿਰ ਤੁਸੀਂ ਉਹਨੂੰ ਕੋਈ ਦਬਕਾ ਥੋੜ੍ਹਾ ਮਾਰੋਗੇ, ਇਹ ਕਹੋਗੇ ਨਹੀਂ, ਇਹਨੂੰ ਪਤਾ ਹੀ ਨਹੀਂ ਵਿਚਾਰੇ ਨੂੰ, ਇਹਨੂੰ ਥੋੜ੍ਹਾ ਪਤਾ ਵੀ ਰੈੱਡ ਬੱਤੀ ਹੋਈ ਹੈ, ਗਰੀਨ ਬੱਤੀ ਹੋਈ ਹੈ, ਮੈਂ ਰੋਡ ਪਾਰ ਕਿਵੇਂ ਕਰਨਾ, ਉਹਨੂੰ ਪਤਾ ਹੀ ਨਹੀਂ। ਗੁਰਦੇਵ ਜੀ ਕਿੱਡੇ ਪਿਆਰੇ ਸ਼ਬਦ ਇੱਥੇ ਵਰਤ ਰਹੇ ਨੇ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਹੈ ਜਗ ਬੌਰਾਨੰ। ਜੇ ਸ਼ਬਦ ਨਹੀਂ ਨਾ ਹੈਗਾ, ਸਿੱਖਿਆ ਨਹੀਂ ਨਾ ਹੈਗੀ, ਗੁਰੂ ਦਾ ਗਿਆਨ ਬੋਧ ਨਹੀਂ ਨਾ ਹੈਗਾ, ਜਗਤ ਬੌਰਿਆਂ ਵਾਲੇ ਕੰਮ ਕਰ ਰਿਹਾ। ਅਤੇ ਬੌਰੇ ਬੰਦੇ 'ਚ ਕੀ ਫਰਕ ਹੁੰਦਾ ਆਮ ਬੰਦੇ ਨਾਲੋਂ? ਬੌਰਾ ਬੰਦਾ ਕੱਪੜਾ ਪਾਉਂਦਾ, ਕਈ ਵਾਰੀ ਪੁੱਠਾ ਪਾ ਲੈਂਦਾ, ਉਹਨੂੰ ਖਾਣਾ ਖਾਣ ਦਾ ਨਹੀਂ ਪਤਾ, ਤੁਰਿਆ ਫਿਰਦਾ, ਮੰਜ਼ਿਲ ਹੀ ਕੋਈ ਨਹੀਂ, ਇੱਧਰ ਨੂੰ ਵੀ ਤੁਰ ਸਕਦਾ, ਇੱਧਰ ਨੂੰ। ਤੁਸੀਂ ਵੇਖਿਆ ਨਾ ਪਾਗਲ ਬੰਦੇ ਸ਼ਹਿਰਾਂ 'ਚ ਆਮ ਤੁਰੇ ਫਿਰਦੇ ਨੇ। ਤਾਂ ਇੱਥੇ ਪਿਆਰੇ ਸ਼ਬਦ ਗੁਰਦੇਵ ਨੇ ਵਰਤੇ, ਕਹਿੰਦੇ ਜਿਨ ਇਹ ਲਿਖੇ ਤੇ ਸਿਰ ਨਾਹੀਂ, ਜਿਹਨੇ ਆਪਣੀ ਸੁਰਤ ਵਿੱਚ ਇਹ ਲਿਖ ਲਿਆ, ਕਿਹੜਾ ਲਿਖ ਲਿਆ? ਉਸ ਮਾਲਕ ਦੀ ਸਿਫਤ ਸਲਾਹ ਵਾਲੇ ਅੱਖਰ ਲਿਖ ਲਏ, ਗੁਣ ਚੰਗਿਆਈਆਂ, ਉਹਦੇ ਹੁਕਮ ਦੀ ਪਰਿਭਾਸ਼ਾ ਲਿਖ ਲਈ ਵੀ ਕਿੱਦਾਂ ਉਹਦੀ ਮੈਂ ਰਜਾ ਵਿੱਚ ਤੁਰਨਾ ਹੈ। ਜਿਨ ਇਹ ਲਿਖੇ ਤੇ ਸਿਰ ਨਾਹੀਂ, ਉਹਦੇ ਸਿਰ 'ਤੇ ਫਿਰ ਨਾ ਉਹਦੇ ਦਿਮਾਗ ਵਿੱਚ ਫਿਰ ਉਹ ਅੱਖਰ ਨਹੀਂ ਰਹਿ ਜਾਂਦੇ। ਕਿਹੜੇ ਭਲਾ? ਵੀ ਉਹ ਜਪ ਤਪ ਵੀ ਕਰੇ ਅਤੇ ਚੋਰੀਆਂ ਵੀ ਕਰੇ। ਜਿਹੜੀਆਂ ਪਹਿਲੀਆਂ ਦੋ ਪੌੜੀਆਂ ਹੁਣ ਇੱਥੇ ਨਾਲ ਮਿਲਾ ਕੇ ਵੇਖਣੀਆਂ ਆਪਣੀਆਂ, ਜਿਵੇਂ ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ। ਹੁਣ ਜਿਹੜੇ ਅਸੰਖ ਸਤੀ ਸੀ, ਦਾਤਾਰ ਸੀ, ਅਸੰਖ ਭਗਤ ਗੁਣ ਗਿਆਨ ਵਿਚਾਰ ਸੀ, ਅਤੇ ਦੂਜੇ ਬੰਨੇ ਕਿਹੜੇ ਸੀ? ਅਸੰਖ ਮੂਰਖੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਗਲ ਵਡਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ। ਫਿਰ ਉਹਦੇ ਦਿਮਾਗ 'ਚ ਆਹ ਅੱਖਰ ਨਹੀਂ ਰਹਿ ਜਾਂਦੇ ਕਿ ਮੈਂ ਜਪ ਤਪ ਵੀ ਕਰੀ ਜਾਵਾਂ ਅਤੇ ਹੱਤਿਆ ਵੀ ਕਮਾਈ ਜਾਵਾਂ, ਮੈਂ ਗ੍ਰੰਥਾਂ ਦਾ ਪਾਠ ਵੀ ਕਰੀ ਜਾਵਾਂ ਅਤੇ ਮੇਰੇ ਅੰਦਰੋਂ ਮੂਰਖਪੁਰਾ ਵੀ ਨਾ ਜਾਵੇ। ਜਾਨੀ ਕਿ ਉਹਦੇ ਦਿਮਾਗ 'ਚੋਂ ਫਿਰ ਉਹ ਪਹਿਲੇ ਅੱਖਰ ਖਤਮ ਹੋ ਜਾਂਦੇ ਆ ਅਤੇ ਆਹ ਸਿਫਤ ਸਲਾਹ ਵਾਲੇ, ਚੰਗਿਆਈ ਵਾਲੇ, ਇਹ ਨਵੇਂ ਅੱਖਰ ਜਨਮ ਲੈ ਲੈਂਦੇ ਆ। ਜਿਵੇਂ ਟੀਚਰ ਦੇ ਕੋਲ ਜਦੋਂ ਸਟੂਡੈਂਟ ਨੂੰ ਮਾਂ ਬਾਪ ਲੈ ਕੇ ਜਾਂਦੇ ਆ, ਉਹ ਕਹਿੰਦੇ ਨੇ ਸਿਖਾਓ ਜੀ, ਕਿੱਦਾਂ ਸਿਖਾਉਂਦੇ ਆ? ਇੱਦਾਂ ਜੋ ਟੀਚਰ ਪੜ੍ਹਾਉਂਦਾ, ਕੰਨਾਂ ਰਾਹੀਂ ਉਹ ਸ਼ਬਦ ਉਹਦੇ ਅੰਦਰ ਜਾਂਦੇ ਆ, ਉਹਦੀ ਸ਼ਖਸੀਅਤ ਕੱਢਦੇ। ਇੱਦਾਂ ਸਮਝੋ ਇੱਕ ਪੱਥਰ ਹੈ, ਕਾਰੀਗਰ ਛੈਣੀ ਥੋੜੀ ਲੈ ਕੇ ਉਸੇ ਪੱਥਰ ਵਿੱਚ ਕੋਈ ਬੜੀ ਪਿਆਰੀ ਜੀ ਕੋਮਲ ਜੀ ਮੂਰਤੀ ਕੱਢਦਾ। ਪੱਥਰ ਨੂੰ ਲੋਕ ਵੇਖ ਕੇ ਇੰਨੇ ਪ੍ਰਭਾਵਿਤ ਨਹੀਂ ਹੁੰਦੇ, ਪਰ ਜਦੋਂ ਉਸੇ ਪੱਥਰ ਨੂੰ ਤਰਾਸ਼ ਕੇ ਉਹਦੇ ਵਿੱਚੋਂ ਮੂਰਤੀ ਕੱਢਦਾ ਨਾ, ਐ ਰੰਗ ਰੂੰਗ ਕਰਦਾ, ਜਦੋਂ ਉਹਨੂੰ ਐ ਸੋਹਣੇ ਡਿਜ਼ਾਈਨ ਬਣਾਉਂਦਾ, ਅਤੇ ਆਮ ਬੰਦਾ ਵੇਖ ਕੇ ਪ੍ਰਭਾਵਿਤ ਹੋ ਜਾਂਦਾ ਵੀ ਕਿੱਡੀ ਕਮਾਲ ਦੀ ਮੂਰਤੀ। ਆਪਾਂ ਕਈ ਵਾਰੀ ਵੇਖਦੇ ਨੇ ਕਈ ਨਿੱਕੇ ਨਿੱਕੇ ਪੱਥਰਾਂ 'ਚ ਇੱਦਾਂ ਤਰਾਸ਼ ਕੇ ਲੱਕੜ ਨਹੀਂ ਆਪਾਂ ਵੇਖਦੇ, ਲੱਕੜ ਦਾ ਫੱਟਾ ਹੀ ਹੁੰਦਾ, ਜਦੋਂ ਉਹ 'ਤੇ ਕਢਾਈ ਕਰਦਾ, ਫੁੱਲ ਬੂਟੇ ਪਾਉਂਦਾ, ਅਤੇ ਆਪਾਂ ਦਰਵਾਜ਼ੇ ਵੇਖ ਕੇ ਕਹਿੰਦੇ ਕਿੰਨੀ ਸੋਹਣੀ। ਹੁਣ ਉਹਨੇ ਉਹਦੇ ਵਿੱਚੋਂ ਕੱਢਿਆ ਸਾਰਾ ਕੁਝ, ਲੱਕੜ ਦੇ ਵਿੱਚ ਅਸੀਂ ਉਹਨੇ ਤਰਾਸ਼ ਕੇ ਇੱਦਾਂ ਕਢਾਈ ਕੀਤੀ, ਲੱਕੜ ਦੇ ਵਿੱਚੋਂ ਹੀ ਵਾਧੂ ਫਾਲਤੂ ਲੱਕੜ ਕੱਢੀ ਗਿਆ, ਉਹਦੇ ਵਿੱਚੋਂ ਫੁੱਲ ਬੂਟੇ ਸੋਹਣੀਆਂ ਮੀਨਾਕਾਰੀ ਕਰ ਦਿੱਤੀ ਉਹਨੇ। ਤਾਂ ਇੱਦਾਂ ਹੀ ਗੁਰੂ ਨੇ ਵੀ ਸ਼ਬਦ ਦੀ ਛੈਣੀ 'ਤੇ ਹਥੌੜੀ ਲੈ ਕੇ ਆਹ ਬੇਜਾਨ ਪੱਥਰਾਂ ਦੇ ਵਿੱਚੋਂ ਸੋਹਣੀਆਂ ਮੂਰਤੀਆਂ ਕੱਢੀਆਂ, ਸੋਹਣੇ ਜੀਵਨ ਵਾਲੇ ਜੀਵਨ ਪੈਦਾ ਕੀਤੇ। ਸ਼ਬਦ ਦੀ ਹਥੌੜੀ ਤੇ ਛੈਣੀ ਲੈ ਕੇ ਤਾਂ ਤਰਾਸ਼ਿਆ ਸੋਹਣੇ, ਇਹਦੇ ਵਿੱਚੋਂ ਹੀ ਵਧੀਆ ਇਨਸਾਨ ਪੈਦਾ ਕੀਤੇ, ਜਿਨ੍ਹਾਂ ਵੱਲ ਵੇਖ ਕੇ ਲੋਕਾਂ ਨੇ ਕਿਹਾ ਭਾਈ ਆਹ ਦੇਵਤੇ ਨੇ। ਹੁਣ ਦੋ ਕਿਸਮ ਦੇ ਦੇਵਤੇ ਹੁੰਦੇ, ਇੱਕ ਦੇਵਤੇ ਜਿਨ੍ਹਾਂ ਦੀਆਂ ਮੂਰਤੀਆਂ ਬਣਾ ਕੇ ਲੱਕੜ ਦੀਆਂ, ਪੱਥਰ ਦੀਆਂ ਲੋਕ ਮੱਥੇ ਟੇਕਦੇ ਸੀ ਅਤੇ ਟਿਕਾਉਂਦੇ ਸੀ ਇੱਥੋਂ ਦੇ ਲੋਕ, ਜਿਹਨੂੰ ਬਾਣੀ ਆਉਂਦੀ ਸੀ ਦੇਵੀ ਦੇਵਾ ਮੂਲ ਹੈ ਮਾਇਆ। ਇਹ ਦੇਵੀ ਦੇਵਤਿਆਂ ਦਾ ਮੇਨ ਕਾਰਨ ਪੈਸਾ ਕਮਾਉਣਾ ਸੀ, ਵੀ ਲੋਕ ਕਹਿੰਦੇ ਸੀ ਵੀ ਆਹ ਭਗਵਾਨ ਹੈ, ਅਤੇ ਲੋਕ ਮੱਥੇ ਟੇਕਦੇ ਸੀ ਉੱਥੇ ਆਣ ਕੇ, ਉਹ ਟਿਕਾਉਣ ਵਾਲੇ ਟਿਕਾਉਂਦੇ ਸੀ। ਪਰ ਇੱਕ ਦੇਵਤੇ ਗੁਰਬਾਣੀ ਨੇ ਪੈਦਾ ਕੀਤੇ, ਜਿਨ੍ਹਾਂ ਬਾਰੇ ਬਾਣੀ 'ਚ ਲਿਖਿਆ ਬਲਿਹਾਰੀ ਗੁਰੇ ਆਪਣੇ ਦਿਓਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ। ਜਦੋਂ ਚੰਗੇ ਇਨਸਾਨ, ਜਦੋਂ ਭਾਈ ਤਾਰੂ ਸਿੰਘ ਵਰਗੇ ਗੁਰੂ ਕੇ ਸਿੱਖ ਨੇ ਇੱਕ ਮੁਸਲਮਾਨ
ਮਾਛੀ ਦੀ ਬੇਟੀ ਨੂੰ ਜਦੋਂ ਛਡਾ ਕੇ ਲੈਂਦਾ, ਰਾਜ ਵੀ ਮੁਸਲਮਾਨਾਂ ਦਾ ਸੀ, ਅਤੇ ਉਸ ਬਾਪ ਨੂੰ ਪੁੱਛ ਕੇ ਵੇਖੋ ਜਿਹਨੇ ਆਖਿਆ ਹੋਏਗਾ ਵੀ ਭਾਈ ਤਾਰੂ ਸਿਆਂ ਉਹ ਤੁਹਾਡੇ ਵਰਗੇ ਦੇਵਤੇ ਹਰ ਮਾਂ ਦੀ ਕੁੱਖ ਤੋਂ ਜਨਮ ਲੈਣ। ਭਾਈ ਤਾਰੂ ਸਿੰਘ ਦਾ ਕਿਤੇ ਬੁੱਤ ਥੋੜ੍ਹਾ ਲੱਗਾ ਸੀ ਕਿਸੇ ਮੰਦਿਰ 'ਚ। ਇਹ ਉਹ ਦੇਵਤੇ ਸੀ ਜਿਨ੍ਹਾਂ ਨੇ ਬਾਹਰੋਂ ਜਾਂਦੇ ਹਮਲਾਵਰ ਜਦੋਂ ਇੱਥੋਂ ਦੀਆਂ ਧੀਆਂ ਨੂੰ ਬੰਦੀ ਬਣਾ ਕੇ ਖੜਦੇ ਸੀ, ਉਹਨੂੰ ਛਡਾ ਕੇ ਘਰੋਂ ਘਰੀ ਪਹੁੰਚਾਉਂਦੇ ਹੋਣਗੇ ਸਿੱਖ, ਉਹ ਕੀ ਕਹਿੰਦੀਆਂ ਹੋਣਗੀਆਂ ਮਾਵਾਂ ਵੀ ਤੁਹਾਡੇ ਵਰਗੇ ਗੁਰੂ ਕੇ ਸਿੱਖ ਦੇਵਤੇ ਹਰ ਮਾਂ ਦੀ ਕੁੱਖ ਤੋਂ ਜਨਮ। ਇਹ ਕਿਹੜੇ ਦੇਵਤੇ ਸੀ? ਬਾਸ਼ਰਤ ਵੀ ਇਹਨਾਂ ਦੀਆਂ ਮੂਰਤੀਆਂ ਕਿਸੇ ਮੰਦਿਰ 'ਚ ਨਹੀਂ ਸੀ ਲੱਗੀਆਂ, ਇਹ ਤੁਰਦੇ ਫਿਰਦੇ ਦੇਵਤੇ ਸੀ। ਤੁਰਦੇ ਫਿਰਦੇ ਦੇਵਤੇ ਗੁਰੂ ਦੀ ਬਾਣੀ ਨੇ ਬਣਾਏ ਨੇ। ਕਿਹਨਾਂ ਨੇ? ਜਿਨ੍ਹਾਂ ਨੇ ਆਪਣੀ ਸੁਰਤ ਵਿੱਚ ਇਹ ਸਿਫਤ ਸਲਾਹ ਵਾਲੇ ਅੱਖਰ ਲਿਖ ਲਏ। ਜਿਨ ਇਹ ਲਿਖੇ ਤਿਸ ਸਿਰ ਨਾਹੀਂ, ਜਿਹਨੇ ਆਪਣੇ, ਹੁਣ ਵੇਖੋ ਅੱਖਰ ਅੱਖਰੀ ਨੇ, ਜਿਹਨੇ ਆਪਣੇ ਅੰਦਰ ਚੰਗਿਆਈ ਵਾਲੇ, ਪਹਿਲਾਂ ਬੰਦੇ ਅੰਦਰ ਬੇਈਮਾਨੀ ਵਾਲੇ ਅੱਖਰ ਨੇ। ਇੱਦਾਂ ਬੰਦਾ ਬੇਈਮਾਨੀ ਕਰਦਾ, ਠੱਗੀ ਮਾਰਦਾ, ਉਹ ਅੱਖਰ ਪਏ ਹੋਏ ਨੇ। ਚੋਰੀ ਵਾਲੇ ਅੱਖਰ ਪਏ ਹੋਏ ਨੇ ਵੀ ਮੈਂ ਚੋਰੀ ਕਰਨੀ ਹੈ, ਠੱਗੀ ਕਰਨੀ ਹੈ। ਜਦੋਂ ਇਮਾਨਦਾਰੀ ਵਾਲੇ ਅੱਖਰ ਲਿਖ ਲਏ ਫਿਰ ਚੋਰੀ ਵਾਲੇ ਅੱਖਰ ਪਾਸੇ ਹੋ ਗਏ। ਖਤਰਨਾਕ ਉੱਥੇ ਜਿੱਥੇ ਚੋਰੀ ਵਾਲਾ ਅੱਖਰ ਵੀ ਪਿਆ ਅਤੇ ਬੇਈਮਾਨੀ ਇਮਾਨਦਾਰੀ ਵਾਲਾ ਅੱਖਰ ਵੀ ਪਿਆ। ਵੀ ਇਮਾਨਦਾਰੀ ਵਕਤੀ ਤੌਰ 'ਤੇ ਕਰ ਲਓ, ਇੱਦਾਂ ਦਾਨ ਪੁੰਨ ਕਰ ਲਓ, ਇੱਧਰੋਂ ਚੋਰੀ ਕਰ ਲਓ। ਮਾਰੇ ਕਹਿੰਦੇ ਨਹੀਂ, ਇੱਕ ਕੰਮ ਕਰ ਲਾ ਵੀ ਜੇ ਤੂੰ ਲਿਖਣ ਲੱਗਾ ਨਾ ਹੁਣ ਸ਼ਿਵ ਸਲਾਹ ਵਾਲੇ ਅੱਖਰ ਆਪਣੇ ਅੰਦਰ ਲਿਖ ਕੇ, ਅਤੇ ਜਿਹੜੇ ਚੋਰੀ ਬੇਈਮਾਨੀ ਗਾਲਵੱਡ ਹੱਤਿਆ ਕਮਾਏ ਵਾਲੇ ਅੱਖਰ ਆ ਨਾ, ਉਹਨਾਂ ਨੂੰ ਫਿਰ ਅੰਦਰ ਜਗ੍ਹਾ ਨਹੀਂ ਮਿਲਣੀ, ਕਿਉਂਕਿ ਵਸਤੂ ਅੰਦਰ ਵਸਤੂ ਸਮਾਵੇ। ਦੂਜੀ ਹੋਵੇ ਪਾਸ ਕਿਸੇ ਬਰਤਨ 'ਚ ਕੋਈ ਤੁਸੀਂ ਵਸਤੂ ਪਾਉਣੀ ਹੈ ਅਤੇ ਤੁਹਾਨੂੰ ਬਰਤਨ ਖਾਲੀ ਕਰਨਾ ਪੈਣਾ। ਹੁਣ ਤੁਸੀਂ ਮੰਨ ਲਓ ਕਿਸੇ ਬਰਤਨ ਵਿੱਚ ਪਾਣੀ ਪਿਆ, ਤੁਸੀਂ ਉਹਦੇ ਵਿੱਚ ਦੁੱਧ ਪਾਉਣਾ ਹੈ। ਇੱਦਾਂ ਬਰਤਨ ਅੱਧਾ ਪਾਣੀ ਨਾਲ ਭਰਿਆ, ਤੁਸੀਂ ਮੰਨ ਲਓ 3 ਲੀਟਰ ਦਾ ਬਰਤਨ ਹੈ, ਉਹਦੇ 'ਚ 1.5 ਲੀਟਰ ਪਾਣੀ ਪਿਆ। ਤੁਸੀਂ ਕਿਸੇ ਨੂੰ ਕਹਿੰਦੇ 'ਚ ਪਾਣੀ ਦੁੱਧ ਪਾ ਦੇ, ਉਹ ਕਹਿੰਦਾ ਭਾਈ ਇਹਨੂੰ ਡੋਲ, ਮੈਂ ਇਹਦੇ ਵਿੱਚ ਦੁੱਧ ਪਾ ਦੇਣਾ। ਤੁਸੀਂ ਜਿੱਦ ਕਰਦੇ ਹੋ ਵੀ ਇੱਦਾਂ ਹੀ ਪਾ ਦਿਓ, ਪਾ ਦੇਵੇਗਾ। ਹੁਣ 1.5 ਲੀਟਰ ਪਾਣੀ ਹੈ, 1.5 ਵਿੱਚ ਲੀਟਰ ਉਹਦੇ ਦੁੱਧ ਪਾਤਾ, ਉਹ ਨਾ ਹੁਣ ਦੁੱਧ ਰਿਹਾ ਅਤੇ ਨਾ ਉਹ ਪਾਣੀ ਰਿਹਾ, ਬਣ ਗਈ ਕੱਚੀ ਲੱਸੀ। ਇੱਦਾਂ ਹੀ ਬੰਦੇ ਦੇ ਅੰਦਰ ਪਹਿਲੇ ਖਿਆਲ ਮਨਮਤ ਵਾਲੇ ਵੀ ਪਏ ਨੇ। ਉਹ ਜਦੋਂ ਭਾਈ ਮੰਝ ਨੂੰ ਆਖਿਆ ਸੀ ਭਾਈ ਮੰਝ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ, ਉਹਦਾ ਮਤਲਬ ਕੀ ਸੀ? ਵੀ ਤੇਰੇ ਅੰਦਰ ਪਹਿਲੇ ਖਿਆਲ ਵੀ ਟਿਕੇ ਹੋਏ ਨੇ ਅਤੇ ਤੂੰ ਆ ਵੀ ਖਿਆਲ ਨਾਲ ਲੈ ਕੇ ਜਾਣੇ ਨੇ। ਉਹ ਗੱਲ ਕਿਸੇ ਬੰਨੇ ਵੀ ਨਹੀਂ ਲੱਗਣੀ। ਉਹ ਸਿੱਖੀ ਉੱਤੇ ਸਿੱਖੀ ਟਿਕਣ ਦਾ ਅਰਥ ਹੀ ਇਹ ਸੀ ਕਿ ਆਪਣੇ ਅੰਦਰੋਂ ਪਹਿਲੇ ਵਿਚਾਰ, ਪਹਿਲੇ ਅੱਖਰ ਪਾਸੇ ਕਰਕੇ ਆ, ਤਾਂ ਕਿ ਮੈਂ ਤੇਰੇ ਅੰਦਰ ਸਿਵ ਸਲਾਹ ਵਾਲੇ ਅੱਖਰ ਟਿਕਾ ਸਕਾਂ। ਜਿਹਨੇ ਇਹ ਲਿਖੇ, ਜਿਹਨੇ ਆਪਣੇ ਅੰਦਰ ਸਿਵ ਸਲਾਹ ਵਾਲੇ ਇਹ ਅੱਖਰ, ਸੋਹਣੇ ਅੱਖਰ, ਖੂਬਸੂਰਤ ਅੱਖਰ, ਕਿਉਂਕਿ ਅੱਖਰ ਹੀ ਹੁੰਦੇ, ਅੱਖਰਾਂ ਨਾਲ ਹੀ ਸਾਡਾ ਜੋੜ ਬਣਦਾ ਅਤੇ ਅੱਖਰਾਂ ਨਾਲ ਹੀ ਸਾਡੀ ਤੋੜ ਵਿਛੋੜੀ ਹੁੰਦੀ ਹੈ। ਇਹ ਹੁਣ ਡਿਪੈਂਡ ਮੇਰੇ 'ਤੇ ਆ, ਮੈਂ ਕਿਹੜੇ ਅੱਖਰ ਆਪਣੇ ਅੰਦਰ ਲਿਖਣੇ। ਜਿਨ ਇਹ ਲਿਖੇ, ਮਹਾਰਾਜ ਕਹਿੰਦੇ ਤਿਸ ਸਿਰ ਨਾਹੀਂ ਅਤੇ ਜਿਵੇਂ ਫਰਮਾਏ ਤਿਵ ਤਿਵ ਪਾਹੇ। ਫਿਰ ਜਿਹਦੇ ਅੰਦਰ ਸਿਵ ਸਲਾਹ ਵਾਲੇ ਅੱਖਰ ਲਿਖੇ ਗਏ ਨਾ, ਫਿਰ ਜਦੋਂ ਉਹ ਅੱਖਰ ਜਿਵੇਂ ਜਿਵੇਂ ਸਾਨੂੰ ਫਰਮਾਉਂਦੇ ਨੇ, ਜਿਵੇਂ ਜਿਵੇਂ ਸਾਨੂੰ ਤੋਰਦੇ ਨੇ, ਜਿਵੇਂ ਫਰਮਾਏ ਤਿਵੇਂ ਤਿਵੇਂ ਪਾਹੇ, ਫਿਰ ਅਸੀਂ ਉੱਦਾਂ ਦਾ ਰੁਤਬਾ ਪਾਉਂਦੇ ਹਾਂ। ਫਿਰ ਅਸੀਂ ਉੱਦਾਂ ਦਾ ਹੀ ਸੰਸਾਰ 'ਤੇ ਕੰਮ ਕਰਦੇ। ਤਾਂ ਆਖਿਆ ਸੀ ਨਾ, ਮੇਰੇ ਸਾਹਿਬਾ ਹੋਂ ਆਪੇ ਭਰਮ ਭੁਲਾਣੀ, ਮੈਂ ਕਿਸੇ ਸਿਰ ਦੋਸ਼ ਥੋੜ੍ਹਾ ਦੇ ਸਕਦੀ ਹਾਂ। ਅੱਖਰ ਲਿਖੇ, ਮੈਂ ਜਿੱਦਾਂ ਦੇ ਅੱਖਰ ਇੱਥੇ ਲਿਖੇ ਨੇ ਸਹੀ ਗਾਵਾਂ, ਉੱਦਾਂ ਦਾ ਹੀ ਮੈਂ ਕੰਮ ਕਰੀ ਜਾਂਦਾ ਵਾਂ। ਅਵਰ ਨਾ ਜਾਣਾ ਬਾਣੀ, ਮੈਨੂੰ ਹੋਰ ਤੇ ਬਾਣੀ ਮੈਨੂੰ ਹੋਰ ਘਾੜਤ ਘੜਨੀ ਆਉਂਦੀ ਨਹੀਂ, ਹੋਰ ਮੇਰੀ ਕੋਈ ਬਣਤਰ ਹੈ ਹੀ ਨਹੀਂ ਆ। ਜਿੱਦਾਂ ਦੇ ਮੈਂ ਅੰਦਰ ਅੱਖਰ ਲਿਖੇ ਉੱਦਾਂ ਦੇ ਮੈਂ ਕੰਮ ਕਰੀ ਜਾਂਦਾ। ਤੋ ਪਾਤਸ਼ਾਹ ਇੱਥੇ ਗੱਲ ਸਮਝਾਉਂਦੇ ਨੇ, ਜਿਵੇਂ ਫਰਮਾਏ ਤਿਵੇਂ ਤਿਵੇਂ ਪਾਹੇ। ਫਿਰ ਜਦੋਂ ਅੰਦਰ ਅੱਖਰ ਸ਼ਬਦ ਗਿਆਨ ਵਾਲੇ ਲਿਖੇ ਗਏ, ਫਿਰ ਜਿੱਦਾਂ ਉਹ ਤੋਰਦਾ, ਜਿਵੇਂ ਅੰਦਰੋਂ ਫਿਰ ਉਹ ਸਾਨੂੰ ਅੰਦਰੋਂ ਹੁਕਮ ਹੁੰਦਾ ਹੈ ਕਿਹਦਾ? ਜਿਹੜੇ ਸਾਡੇ ਅੰਦਰ ਸਿਵ ਸਲਾਹ ਵਾਲੇ ਅੱਖਰ, ਜਿਹਦੇ ਨਾਲ ਸਾਡੀ ਮੱਤ ਘੜੀ ਗਈ, ਸੁਰਤ ਘੜੀ ਗਈ, ਬੁੱਧ ਘੜੀ ਗਈ, ਸੋਚ ਘੜੀ ਗਈ। ਜਿਵੇਂ ਸੁਣਿਆ ਸੁਰਤ ਹੋਵੇ, ਪਿਛਲੀ ਗੱਲ ਨਾਲ ਜੋੜ ਕੇ ਸੁਣਿਆ ਸੁਰਤ ਹੋਵੇ, ਮਨ ਬੁੱਧ, ਅਤੇ ਸੁਣਿਆ ਸਗਲ ਭਵਨ ਕੀ ਸੁਧ। ਸੁਣਿਆ, ਇਹ ਜਿਹੜੀ ਗੱਲ ਕਿੰਨੇ ਪਿਆਰੇ ਸ਼ਬਦ ਵਰਤੇ ਨੇ ਵੀ ਇਹਦੇ ਨਾਲ ਸਾਡੀ ਸੁਰਤ ਉੱਚੀ ਹੋ ਜਾਏਗੀ, ਗਿਆਨ ਦੇ ਨਾਲ ਸਾਂਝ ਪੈ ਜਾਏਗੀ, ਸਾਡੀ ਸੋਚ ਸਾਡੀ ਚੰਗੀ ਬਣ ਜਾਏਗੀ। ਪਾਤਸ਼ਾਹ ਤੇ ਬਹੁਤ ਪਿਆਰੇ ਤਰੀਕੇ ਨਾਲ ਸਮਝਾਉਂਦੇ ਨੇ ਗੁਰਦੇਵ ਜੀ। ਇਹ ਸਾਡੀ ਝੋਲੀ ਵਿੱਚ ਦਾਤ ਪਾਉਂਦੇ ਨੇ ਵੀ ਅੱਖਰਾਂ ਸਿਰ ਸੰਜੋਗ ਵਿਖਾਣ, ਜਿਨ ਇਹ ਲਿਖੇ ਤੇ ਸਿਰ ਨਾਹੀਂ, ਜਿਵੇਂ ਫਰਮਾਏ ਤਿਵ ਤਿਵ ਪਾਹੇ, ਕਿਤੇ ਜੇਤਾ ਕੀਤਾ ਤੇਤਾ ਨਾ। ਫਿਰ ਜਦੋਂ ਅੱਖਰ ਅੰਦਰ ਸ਼ਬਦ ਅੰਦਰ ਗਿਆਨ ਸੋਝੀ ਬੋਧ ਪ੍ਰਾਪਤ ਹੋ ਗਿਆ, ਜਦੋਂ ਅੰਦਰ ਉਸ ਮਾਲਕ ਦਾ ਸ਼ਬਦ ਟਿਕ ਗਿਆ, ਜਿਵੇਂ ਬਾਬੇ ਫਰੀਦ ਜੀ ਨੇ ਸ਼ਬਦ ਨਹੀਂ ਸੀ ਵਰਤਿਆ ਵੀ ਜਦੋਂ ਇੱਦਾਂ ਇੱਕ ਭੈਣ ਦੂਜੀ ਭੈਣ ਨੂੰ ਪੁੱਛਦੀ ਹੈ, ਭੈਣੇ ਮੈਨੂੰ ਇਹ ਦੱਸ ਵੀ ਮੈਂ ਸਹੁਰੇ ਘਰ ਚੱਲੀ ਹਾਂ, ਮੇਰਾ ਸਹੁਰੇ ਘਰ 'ਚ ਇੱਜ਼ਤ ਸਤਿਕਾਰ ਬਣਿਆ ਰਹੇ, ਮੈਂ ਬਹੁਤ ਸੋਹਣੇ ਤਰੀਕੇ ਨਾਲ ਜੀਵਨ ਜੂ ਸਕਾਂ, ਉਹ ਕਿਹੜਾ ਮੰਤਰ ਆ, ਕਿਹੜਾ ਅੱਖਰ ਵਾ, ਕੀ ਕਰਾਂ? ਕਵਣ ਸੋ ਅੱਖਰ, ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹਉ ਕਰੀ। ਮੈਂ ਕਿਹੜਾ ਵੇਸ ਕਰਾਂ, ਕਿਹੜਾ ਸ਼ਿੰਗਾਰ ਕਰਾਂ, ਜਿਤ ਵਸ ਆਵਈ ਕੰਤ। ਅਤੇ ਫਿਰ ਕਿਹੜਾ ਪਿਆਰਾ ਜਵਾਬ ਦਿੱਤਾ ਸੀ, ਕਹਿੰਦੇ ਨਿਵਣ ਸੋ ਅੱਖਰ। ਉੱਥੇ ਵੀ ਅੱਖਰ ਸ਼ਬਦ ਵਰਤਿਆ, ਨਿਮਰਤਾ ਅੱਖਰ ਹੈ, ਨਿਵਣ ਸੋ ਅੱਖਰ। ਹੁਣ ਨਿਮਰਤਾ ਕੀ ਹੁੰਦੀ ਭਲਾ? ਭਾਵ ਆਪਣੇ 'ਚ ਸਹਿਜ ਲੈ ਕੇ ਆਈ, ਨਿਮਰਤਾ ਲੈ ਕੇ ਆਈ। ਹੁਣ ਇਹ ਇਕੱਲਾ ਔਰਤ ਵਾਸਤੇ ਨਹੀਂ ਵੀ ਔਰਤ ਸਹਿਜ ਰੱਖੇ ਅਤੇ ਬੰਦਾ ਚੁੱਕ ਕੇ
ਬਰਤਨ ਮਾਰੇ, ਨਹੀਂ ਨਹੀਂ, ਇਹ ਦੋਵਾਂ ਵਾਸਤੇ ਬਰਾਬਰ ਆ ਵੀ ਜੇ ਔਰਤ ਵਿੱਚ ਸਹਿਜ ਆ ਤੇ ਮਰਦ ਵਿੱਚ ਵੀ ਸਹਿਜ ਹੋਵੇ, ਦੋਵਾਂ 'ਚ ਸਹਿਜ ਹੋਏਗਾ। ਅੱਛਾ, ਜਦੋਂ ਪਰਿਵਾਰ 'ਚ ਇਹ ਗੁਣ ਆ ਗਿਆ ਤੇ ਸਮਾਜ ਪਰਿਵਾਰ ਤੋਂ ਹੀ ਬਣਨਾ। ਜਿਹਦੇ ਪਰਿਵਾਰ 'ਚ ਇਹ ਗੁਣ ਆ ਤੇ ਅੱਗੇ ਫਿਰ ਸਮਾਜ 'ਚ ਆਪਣੇ ਆਪ ਗੁਣ ਆਏਗਾ। ਨਿਮਣ ਸੋ ਅੱਖਰ ਤੇ ਖਮਣ ਦਾ ਅਰਥ ਕੀ ਹੁੰਦਾ ਵੀ ਕਿਸੇ ਨੂੰ ਖਿਮਾ ਕਰ ਦੇਣਾ, ਕਿਸੇ ਦੀ ਗਲਤੀ ਨੂੰ। ਹੁਣ ਪਰਿਵਾਰਾਂ 'ਚ ਕਈ ਵਾਰੀ ਨਾ ਕਿਸੇ ਵੱਡੇ ਭਰਾ ਕੋਲੋਂ ਛੋਟੇ ਭਰਾ ਕੋਲੋਂ ਗਲਤੀ ਹੋ ਜੀ, ਗਲਤੀਆਂ ਹੁੰਦੀਆਂ ਨੇ, ਇਨਸਾਨ ਗਲਤੀਆਂ ਦਾ ਪੁਤਲਾ। ਉਸ ਗਲਤੀ ਹੋਈ, ਅਗਲੇ ਨੇ ਖਿਮਾ ਮੰਗੀ, ਬਸ ਭੁੱਲ ਗਿਆ। ਤੁਸੀਂ ਉਸ ਗਲਤੀ ਨੂੰ ਚਿੱਥੀ ਜਾਓ, ਉਹਨੂੰ ਬਾਰ-ਬਾਰ ਦੁਹਰਾਈ ਜਾਓ ਵੀ ਖਿਮਾ ਕਰਨ ਵਾਲਾ ਗੁਣ, ਖਿਮਾ ਕਰ ਦੇਣਾ ਕਿਸੇ ਨੂੰ ਵੀ ਕੋਈ ਗੱਲ ਨਹੀਂ, ਮੇਰੇ ਕੋਲ ਵੀ ਹੋ ਸਕਦੀ ਹੈ। ਨਿਮਣ ਸੋ ਅੱਖਰ ਖਮਣ ਗੁਣ, ਮਾफ़ ਕਰ ਦੇਣਾ ਕਿਸੇ ਨੂੰ। ਜੇਬਾਂ ਮਣੀਆਂ ਮੰਤ ਭਾਵ ਜ਼ੁਬਾਨ ਮਿੱਠਾ ਬੋਲੇ। ਹੁਣ ਜ਼ੁਬਾਨ ਨੇ ਵੀ ਸ਼ਬਦ ਹੀ ਬੋਲਣਾ ਹੈ ਨਾ, ਜ਼ੁਬਾਨ ਨੇ ਵੀ ਉਹ ਬੋਲਣਾ ਜੋ ਪਿੱਛੋਂ ਬ੍ਰੇਨ ਨੇ ਕੱਢ ਕੇ ਦੇਣਾ। ਨਿਮਣ ਸੋ ਅੱਖਰ ਖਮਣ ਗੁਣ ਜੇਬਾਂ ਮਣੀਆਂ ਮੰਤ। ਪਾਤਸ਼ਾਹ ਕਹਿੰਦੇ ਇਹ ਤ੍ਰੈ ਭੈਣੇ ਵੇਸ ਕਰ, ਆਹ ਵੇਸ ਕਰ ਲਾ ਤਾਂ ਵਸ ਆਵਈ ਕੰਤ। ਨਾਲੇ ਤੂੰ ਸੱਚ ਰੂਪੀ ਕੰਤ ਨੂੰ ਭਾ ਜਾਏਂਗੀ ਤੇ ਨਾਲੇ ਦੁਨਿਆਵੀ ਕੰਤ ਨੂੰ ਭਾ ਜਾਏਂਗੀ। ਕੰਤ ਔਰਤ ਨੂੰ ਭਾ ਜਾਏਗਾ, ਯਾਨੀ ਕਿ ਪਰਿਵਾਰ ਖੂਬਸੂਰਤ ਬਣ ਜਾਏ। ਅੱਜ ਪਰਿਵਾਰਾਂ 'ਚ ਤਰੇੜਾਂ ਆਉਣ ਦੀ ਸਭ ਤੋਂ ਵੱਡੀ ਵਜ੍ਹਾ ਪਤਾ ਕੀ ਹੈ? ਤਨ ਦੇ ਸ਼ਿੰਗਾਰ 'ਤੇ ਲੱਖਾਂ ਰੁਪਈਆ ਲੱਗਦਾ ਨਹੀਂ। ਕਈਆਂ ਜਿਹੜੇ ਬੰਦੇ ਆਪਣੇ ਤਨ ਦੇ ਸ਼ਿੰਗਾਰ 'ਤੇ ਕਿੰਨਾ ਖਰਚਾ ਕਰਦੇ, ਕਿੰਨੇ ਪੈਸੇ ਲਾਉਣੇ ਪੈਂਦੇ, ਭਾਵੇਂ ਉਹ ਬੀਬੀ ਹੈ ਅਤੇ ਭਾਵੇਂ ਮਰਦ ਆ, ਕਿੰਨਾ ਖਰਚਾ ਕਰਦਾ। ਅਤੇ ਮਨ ਦੇ ਸ਼ਿੰਗਾਰ ਵਾਲੇ ਬੰਨੇ ਸਾਡਾ ਧਿਆਨ ਹੈ ਹੀ ਨਹੀਂ। ਤਨ ਦੇ ਸ਼ਿੰਗਾਰ ਨਾਲ ਘਰ ਨਹੀਂ ਵਸਣਾ, ਮਨ ਦੇ ਸ਼ਿੰਗਾਰ ਦੇ ਨਾਲ ਘਰ ਵਸਣਾ ਹੈ। ਤਾਂ ਫਿਰ ਜਦੋਂ ਮਨ ਖੂਬਸੂਰਤ ਹੋਏਗਾ ਨਾ, ਤਨ ਭਾਵੇਂ ਬੇਢੰਗਾ ਵੀ ਹੋ ਗਿਆ ਤੇ ਚੱਲ ਜਾਣਾ। ਤਾਂ ਮਨ ਨੂੰ ਖੂਬਸੂਰਤ ਬਣਾਈਏ। ਪਾਤਸ਼ਾਹ ਇੱਥੇ ਗੱਲ ਸਮਝਾਉਂਦੇ ਨੇ, ਕਹਿੰਦੇ ਜੇਤਾ ਕੀਤਾ ਤੇਤਾ ਨਾਉ। ਫਿਰ ਸਮਝ ਆ ਗਈ ਵੀ ਜੇਤਾ ਕੀਤਾ, ਜੋ ਕੁਝ ਉਹਦਾ ਪਸਾਰਾ ਹੈ, ਤੇਤਾ ਨਾਉ ਸਭ ਨਾਮ ਹੈ। ਨਾਮ ਕੀ ਹੈ? ਸੱਚ, ਉਹਦਾ ਆਪਣਾ ਪਸਾਰਾ ਹੈ, ਉਹਦੀ ਆਪਣੀ ਇੱਕ ਰਚਨਾ ਹੈ। ਕਹਿਣ ਲੱਗੇ ਜੇਤਾ ਕੀਤਾ ਤੇਤਾ ਨਾਉ ਤੇ ਵਿਣ ਨਾਮ ਹੈ ਨਾ ਹੀ ਕੋ ਥਾਉ। ਕੋਈ ਜਗ੍ਹਾ ਹੈ ਹੀ ਨਹੀਂ ਜਿੱਥੇ ਉਹ ਆਪ ਨਹੀਂ ਹੈਗਾ, ਕਿਉਂਕਿ ਨਾਮ ਕੇ ਧਾਰੇ ਸਗਲੇ ਜੰਤ। ਉਹ ਆਪ, ਕਿਉਂਕਿ ਆਤ ਸੱਚ ਜੁਗਾਦ ਸੱਚ ਆ, ਉਹ ਆਪ ਵਿਆਪਕ ਹੈ। ਉਹਦਾ ਨਾਮ ਵੀ ਵਿਆਪਕ ਹੈ, ਉਹਦਾ ਸੱਚ ਵੀ ਵਿਆਪਕ ਹੈ, ਆਪ ਵੀ ਵਿਆਪਕ ਹੈ। ਤੋ ਕਿਹੜੇ ਪਿਆਰੇ ਸ਼ਬਦ ਵਰਤੇ। ਕਹਿਣ ਲੱਗੇ ਜੇਤਾ ਕੀਤਾ ਤੇਤਾ ਨਾਉ, ਜੋ ਕੁਝ ਪੈਦਾ ਕੀਤਾ, ਕਹਿਣ ਲੱਗੇ ਉੱਥੇ ਉਹ ਆਪ ਬੈਠਾ ਹੋਇਆ। ਜੇਤਾ ਕੀਤਾ ਤੇਤਾ ਨਾਉ ਤੇ ਵਿਣ ਨਾਮ ਹੈ ਨਾ ਹੀ ਕੋ ਥਾਉ। ਪਾਤਸ਼ਾਹ ਕਹਿੰਦੇ ਨੇ ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਮੇਰੀ ਕੀ ਪਾਇਆ, ਮੇਰੀ ਕੀ ਕੁਦਰਤ ਹੈ, ਮੇਰੀ ਕੀ ਤਾਕਤ ਹੈ ਮਾਲਕ ਜੀ, ਕਿ ਮੈਂ ਤੁਹਾਡੀ ਬੇਅੰਤ ਕੁਦਰਤ ਨੂੰ ਆਪਣੇ ਲਫ਼ਜ਼ਾਂ ਦੁਆਰਾ ਬਿਆਨ ਕਰ ਸਕਾਂ। ਕੁਦਰਤ ਸ਼ਬਦ ਆਪਾਂ ਪਹਿਲਾਂ ਵੀ ਸਮਝ ਚੁੱਕੇ ਹਾਂ ਕਿ ਇਸਤਰੀ ਲਿੰਗ ਸ਼ਬਦ ਹੈ। ਇਹ ਕੁਦਰਤ ਦਾ ਵਿਸ਼ੇਸ਼ਣ ਹੀ ਹੈ, ਭਾਵ ਜਿਹੜੀ ਬੇਅੰਤ ਕੁਦਰਤ ਹੈ ਉਹਦਾ ਮੈਂ ਕਿੱਦਾਂ ਪਾਰਾ ਉਤਾਰ ਕਰ ਸਕਦਾ, ਕਿੱਦਾਂ ਉਹਨੂੰ ਮੈਂ ਲਫ਼ਜ਼ਾਂ ਦੁਆਰਾ ਬਿਆਨ ਕਰ ਸਕਦਾ। ਮੇਰੀ ਕੀ ਪਾਇਆ, ਮੇਰੀ ਕੀ ਤਾਕਤ ਹੈ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਮੈਂ ਤਾਂ ਇੱਕ ਵਾਰ ਕੁਰਬਾਨ ਹੋਣ ਜੋਗਾ ਵੀ ਨਹੀਂ ਮੇਰੇ ਮਾਲਕ ਜੀ। ਹਾਂ, ਮੇਰੀ ਇੱਕੋ ਅਰਦਾਸ ਹੈ, ਜੋ ਤੁਧ ਭਾਵੈ, ਜੋ ਤੁਹਾਨੂੰ ਭਾਉਂਦਾ ਹੈ ਸਾਈ ਭਲੀ ਕਾਰ। ਉਹ ਕੰਮ ਮੈਨੂੰ ਵੀ ਚੰਗਾ ਲੱਗ ਜਾਏ ਤੇ ਤੂੰ ਸਦਾ ਸਲਾਮਤ ਨਿਰੰਕਾਰ। ਤੋ ਇਹ ਜਿਹੜੀ 19 ਨੰਬਰ ਪੌੜੀ ਹੈ, ਇਹਨੂੰ ਵੀ ਆਪਾਂ ਪਹਿਲੀਆਂ ਹੀ ਜਿਹੜੀਆਂ 2 ਪੌੜੀਆਂ ਨੇ ਉਹਨਾਂ ਨਾਲ ਜੋੜ ਕੇ ਵੇਖਣਾ ਹੈ ਕਿ ਪਾਤਸ਼ਾਹ ਨੇ ਜਿਵੇਂ ਉਹਨਾਂ 'ਚ ਸ਼ਬਦ ਵਰਤਿਆ ਵੀ ਅਸੰਖ ਜਪ ਵਾ, ਅਸੰਖ ਲੋਕ ਹੀ ਜਪੀ ਆ, ਅਸੰਖ ਲੋਕ ਹੀ ਤਪੀ ਆ, ਅਸੰਖ ਲੋਕ ਹੀ ਪੂਜਾ ਕਰਨ ਵਾਲੇ ਆ। ਅਤੇ ਨਾਲ 18 ਨੰਬਰ ਪੌੜੀ 'ਚ ਕਹਿਤਾ ਅਸੰਖ ਲੋਕ ਹੀ ਚੋਰੀਆਂ ਕਰਨ ਵਾਲੇ ਆ, ਅਸੰਖ ਲੋਕ ਹੀ ਗਲਵੜ ਹੱਤਿਆ ਕਮਾਉਣ ਵਾਲੇ ਆ, ਅਸੰਖ ਲੋਕ ਹੀ ਨਿੰਦਕ ਆ, ਅਸੰਖ ਲੋਕ ਹੀ ਹਰਾਮ ਖੋਰ ਵਾ। ਯਾਨੀ ਕਿ ਇੱਕੋ ਬੰਦਾ ਦੋ ਰੋਲ ਅਦਾ ਕਰ ਰਿਹਾ। ਤੋ ਇੱਥੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਆ ਭਾਈ ਆਪਣੇ ਅੰਦਰ ਐਂ ਕਰ, ਉਹ ਪਹਿਲੇ ਅੱਖਰ ਮਿਟਾ ਦੇਵੇ ਕਿ ਤੂੰ ਡਬਲ ਗੇਮ ਨਾ ਖੇਡ, ਇੱਕ ਹੋ ਜਾ, ਹੁਣ ਸਚਿਆਰਾ ਬਣ ਜਾ। ਅਤੇ ਆਹ ਇੱਕ ਤਰੀਕਾ ਹੈ ਕਿ ਅਸੰਖ ਨਾਮ ਆ। ਅਸੰਖ ਤਾਂ ਵੇਖ ਲਾ ਭਾਈ, ਅਸੰਖ ਕਿਸਮ ਦੇ ਜੀਵ ਪੈਦਾ ਕੀਤੇ, ਅਸੰਖ ਹੀ ਉਹਨਾਂ ਦੇ ਨਾਮ ਆ ਅਤੇ ਅਸੰਖ ਹੀ ਥਾਵਾਂ। ਅਗੰਮ ਅਸੰਖ ਲੋ, ਜਦੋਂ ਤੱਕ ਬੰਦੇ ਦੀ ਅਜੇ ਪਹੁੰਚ ਵੀ ਨਹੀਂ ਆ, ਇਹਨਾਂ ਕੁਝ ਮਾਲਕ ਦਾ ਵੱਡਾ ਪਸਾਰਾ ਹੈ। ਕਹਿੰਦੇ ਅਸੰਖ ਕਹੈਂ ਸੁਰ ਭਾਰ ਹੋਏ। ਕਹਿੰਦੇ ਪਹਿਲਾਂ ਸ਼ਬਦ ਵਰਤਿਆ ਅਸੰਖ, ਕਹਿੰਦੇ ਅਸੰਖ ਸ਼ਬਦ ਕਹਿ ਕੇ ਵੀ ਸਿਰ 'ਤੇ ਭਾਰ ਚੁੱਕਣ ਵਾਲੀ ਗੱਲ ਹੈ, ਭਾਵ ਅਸੀਂ ਲਫ਼ਜ਼ਾਂ ਨਾਲ ਬਿਆਨ ਨਹੀਂ ਕਰ ਸਕਦੇ। ਕਿੰਨੇ ਪਿਆਰੇ ਸ਼ਬਦ, ਕਿੰਨੀਆਂ ਪਿਆਰੀਆਂ ਵਿਚਾਰਾਂ ਸਾਨੂੰ ਬਖਸ਼ਿਸ਼ ਕੀਤੀਆਂ ਨੇ। 19 ਨੰਬਰ ਪੌੜੀ ਦੀ ਅੱਜ ਆਪਾਂ ਵਿਚਾਰ ਸਾਂਝੀ ਕੀਤੀ ਹੈ ਸਾਧ ਸੰਗਤ ਜੀ। ਇੱਦਾਂ ਆਪਾਂ ਨਾ ਪੌੜੀ ਦਰ ਪੌੜੀ ਇੱਦਾਂ ਸਮਝਦੇ ਜਾਣਾ। ਗੁਰਦੇਵ ਨੇ ਜਿਹੜੇ ਮੋਤੀ ਸਾਨੂੰ ਪਰੋ ਕੇ ਦਿੱਤੇ ਨੇ, ਆਪ ਪੜ੍ਹੀਏ, ਅਰਥ ਭਾਵ ਸਮਝੀਏ। ਕੋਸ਼ਿਸ਼ ਕਰੋ ਵੀ ਇਕੱਲੀ ਵਿਚਾਰ ਇੱਦਾਂ ਸੁਣ ਤੱਕ ਨਾ ਸੀਮਤ ਰਹੋ, ਆਪ ਇੱਕ ਵਾਰੀ ਅਰਥ ਪੜ੍ਹੋ, ਬਾਰ ਇਹਦੀ ਸਟੱਡੀ ਕਰੋ। ਬਹੁਤ ਪਿਆਰੀ ਬਾਣੀ ਜਿਹੜੀ ਹੈ, ਇੱਦਾਂ ਆਪਾਂ ਕੋਸ਼ਿਸ਼ ਕਰਾਂਗੇ ਅੱਗੇ ਵੀ ਇੱਦਾਂ ਬਾਣੀ ਆਪਾਂ ਜਿਹੜੀ ਹੈ ਉਹ ਕਰਦੇ ਜਾਈਏ, ਤਾਂ ਕਿ ਸਾਨੂੰ ਗੁਰਬਾਣੀ ਦੇ ਇਹ ਜਿਹੜੇ ਮੋਤੀ ਆ, ਕਿਉਂਕਿ ਕਲੀਅਰ ਗੱਲ ਗੁਰਦੇਵ ਨੇ ਕਹਿਤਾ ਵੀ ਸਤਿਗੁਰ ਨੂੰ ਸਭ ਕੁ ਵੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿਚਰ, ਸ਼ਬਦ ਨਾ ਕਰੇ ਵਿਚਾਰ। ਇੱਦਾਂ ਵੇਖਣ ਨਾਲ ਗੱਲ ਥੋੜ੍ਹਾ ਬਣ ਜਾਣੀ ਹੈ, ਜਿੰਨੀ ਦੇਰ ਤੱਕ ਤੁਸੀਂ ਅਰਥਾਂ ਨੂੰ, ਭਾਵ ਅਰਥਾਂ ਨੂੰ, ਸ਼ਬਦਾਂ ਨੂੰ ਨਹੀਂ ਸਮਝਦੇ। ਇਹਨੂੰ ਰੋਜ਼ਮਰਰਾ ਦੀ ਜ਼ਿੰਦਗੀ 'ਚ ਆਪਣੇ ਲਾਗੂ ਕਰਕੇ ਵੇਖੀਏ ਕਿ ਕਿੰਨੇ ਪਿਆਰੇ
ਉਪਦੇਸ਼ ਸਾਨੂੰ ਸਤਿਗੁਰ ਮਹਾਰਾਜ ਨੇ ਬਖਸ਼ਿਸ਼ ਕੀਤੇ ਨੇ। ਧੰਨਵਾਦ ਤੁਹਾਡਾ ਸਾਰਿਆਂ ਦਾ। ਤੁਸੀਂ ਰੋਜ਼ ਰੋਜ਼ਾਨਾ ਸਮਾਂ ਕੱਢ ਕੇ, ਵਕਤ ਕੱਢ ਕੇ ਇੱਦਾਂ ਸੁਣਦੇ ਹੋ ਅਤੇ ਕੋਸ਼ਿਸ਼ ਕਰੋ ਇਹਨਾਂ ਨੂੰ ਨਾਲ ਸੁਣਦੇ ਜਾਈਏ, ਵਿਚਾਰਦੇ ਜਾਈਏ ਅਤੇ ਅੱਗੇ ਪਹੁੰਚਾਉਂਦੇ ਜਾਈਏ ਆਪਣੇ ਬੱਚਿਆਂ ਤੱਕ। ਆਪਣੇ ਬੱਚਿਆਂ ਨਾਲ ਬੈਠ ਕੇ ਵਿਚਾਰ ਸਾਂਝੇ ਕਰੀਏ ਤਾਂ ਬਹੁਤ ਪਿਆਰੇ ਸ਼ਬਦ ਜਿਹੜੇ ਸਾਨੂੰ ਸਤਿਗੁਰ ਨੇ ਬਖਸ਼ਿਸ਼ ਕੀਤੇ ਨੇ, ਇਹਨੇ ਇੱਕ ਬਚਨ ਪ੍ਰਵਾਨ ਕਰਿਓ। ਧੰਨਵਾਦ ਸਾਰਿਆਂ ਦਾ। ਅਦਬ ਸਤਿਕਾਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।